तो बहुत कुछ आ शाही माजरा च जो ਤੁਹਾਨੂੰ ਦੇਖਣ ਨੂੰ ਮਿਲੂਗਾ ਐਂਡ ਜਨਰ ਡੈਫੀਨਿਟਲੀ ਇੱਕ ਡਾਰਕ ਜਨਰ ਆ ਇਹ ਕਿਸੇ ਟਰੂ ਇਨਸੀਡੈਂਟ ਤੋਂ ਇਨਸਪਾਇਰਡ ਹੈ ਨਾਟ ਲਾਈਕ ਅ ਸਪੈਸੀਫਿਕ ਕੇਸ ਵੇਅਰ ਕਿਸੇ ਇੱਕ ਬੰਦੇ ਦੀ ਟਰੂ ਸਟੋਰੀ ਤੋਂ ਆਹ ਇਨਸਪਾਇਰਡ ਆ ਤੇ ਨਾ ਕਿਤੇ ਇਨਸਪਾਇਰਡ ਫਰਮ ਰਿਐਲਿਟੀ ਹੀ ਹੈ ਕੀ ਜ਼ਿਆਦਾ ਮੁਸ਼ਕਿਲ ਹੈ ਥੀਏਟਰ ਕਰਨਾ ਜਾਂ ਸਿਨੇਮਾ ਬਹੁਤ ਛੋਟੀ ਜੀ ਸੀ ਜਦੋਂ ਤੋਂ ਉਹ ਨਾਟਕ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਬਹੁਤ ਛੋਟੇ ਹੁੰਦੇ ਮੈਨੂੰ ਹਮੇਸ਼ਾ ਤੋਂ ਐਕਟਿੰਗ ਕਰਨੀ ਸੀਗੀ ਮੈਂ ਕੁਝ ਵੀ ਕਰਦੀ ਹਾਂ ਤੇ ਮੇਰੇ ਮਮ ਨੂੰ ਐ ਲੱਗਦਾ ਜਿਵੇਂ ਉਹਨਾਂ ਦਾ ਹੀ ਸੁਪਨਾ ਪੂਰਾ ਹੋ ਰਿਹਾ ਹੈ ਜਸਟ ਐਜ਼ ਆਈ ਸੈਡ ਛੋਟੀ ਹੁੰਦੀ ਆਈ ਯੂਜ਼ਡ ਟੂ ਵਾਚ ਸ਼ਾਹਰੁਖ ਖਾਨ ਫਿਲਮਸ ਐਂਡ ਮੈਂ ਚਾਹੁੰਦੀ ਵੀ ਸੀ ਮੇਰਾ ਸ਼ਾਹਰੁਖ ਖਾਨ ਨਾਲ ਵਿਆਹ ਹੋ ਜਾਏ ਕੋਈ ਹੀਰੋਇਨ ਉਹਨਾਂ ਨਾਲ ਜਿਵੇਂ ਫਿਲਮ 'ਚ ਮੈਨੂੰ ਦਿਖ ਜਾਂਦੀ ਸੀ ਮੈਨੂੰ ਬਹੁਤ ਗੁੱਸਾ ਆਉਂਦਾ ਸੀਗਾ ਹੂ ਇਜ਼ ਯੋਰ ਸ਼ਾਹਰੁਖ ਖਾਨ ਇਨ ਪੰਜਾਬੀ ਇੰਡਸਟਰੀ ਕ੍ਰਸ਼ ਵੀ ਕਹਿ ਸਕਦੇ ਕ੍ਰਸ਼ ਆਈ ਵੁੱਡ ਸੇ ਮਨਿੰਦਰ ਬੁੱਟਰ ਗੱਲ ਪਹੁੰਚ ਗਈ ਹੈ ਮਨਿੰਦਰ ਤੁਸੀਂ ਵੀ ਤੁਹਾਡੇ ਲਈ ਵੀ ਪਲੇਟਫਾਰਮ ਹੈ ਮੈਨੂੰ ਕਰਨ ਜੋਹਰ ਟਾਈਪ ਫੀਲ ਆ ਰਹੀ ਹੈ ਮੈਚ ਮੇਕਰ ਉਹਨਾਂ ਨਾਲ ਮੈਂ ਖੜਨਾ ਚਾਹੁੰਦੀ ਆ ਜਿਨ੍ਹਾਂ ਨੂੰ ਲੱਗਦਾ ਵੀ ਉਹਨਾਂ ਦਾ ਦੁਨੀਆ 'ਚ ਕੋਈ ਨਹੀਂ ਹੈਗਾ ਜੋ ਉਹਨਾਂ ਨਾਲ ਖੜੇ ਹੋ ਕੇ ਉਹਨਾਂ ਦਾ ਸਪੋਰਟ ਕਰੇ ਸੀਗਾ ਕਿ ਮੈਂ ਇਸ ਰਾਹ ਤੋਂ ਅੱਗੇ ਜਾਵਾਂ ਤੇ ਮੇਬੀ ਇੱਕ ਬੈਟਰ ਪਲੇਟਫਾਰਮ ਮਿਲੂਗਾ ਜਿੱਥੇ ਮੈਂ ਉਹਨਾਂ ਲਈ ਕਰ ਸਕਾਂ ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਨਾਲ ਅੱਜ ਮੌਜੂਦ ਹੈ ਅਪਕਮਿੰਗ ਪੰਜਾਬੀ ਵੈਬ ਸੀਰੀਜ਼ ਸ਼ਾਹੀ ਮਾਜਰਾ ਦੀ ਪ੍ਰੋਟੈਗਨਿਸਟ ਕੁੜੀਆਂ ਨਿਕੀਤ ਮੈਮ ਤੇ ਸਾਵਨ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਇਹ ਸ਼ਾਹੀ ਮਾਜਰਾ ਕਨਸੈਪਟ ਕਿਵੇਂ ਕਨਸੀਵ ਕੀਤਾ ਤੇ ਜਨਰ ਕੀ ਹੈ ਇਸ ਵੈਬ ਸੀਰੀਜ਼ ਦਾ ਕਿਉਂਕਿ ਟ੍ਰੇਲਰ ਦੇਖ ਕੇ ਤਾਂ ਲੱਗ ਰਿਹਾ ਕਿ ਕੋਈ ਮਰਡਰ ਕਨਸਪੀਰੇਸੀ ਹੈ ਡੈਫੀਨਿਟਲੀ ਇੱਕ ਐਂਗਲ ਹੈਗਾ ਮਰਡਰ ਵਾਲਾ ਬਟ ਇਟਸ ਨਾਟ ਕੰਪਲੀਟਲੀ ਅਰਾਊਂਡ ਅ ਮਰਡਰ ਮਿਸਟਰੀ ਕਾਫੀ ਚੀਜ਼ਾਂ ਨੇ ਸ਼ਾਹੀ ਮਾਜਰਾ 'ਚ ਇਟਸ ਅਬਾਊਟ ਅ ਗਰਲਸ ਜਰਨੀ ਕਿਵੇਂ ਉਹ ਪਿੰਡ ਤੋਂ ਆਉਂਦੀ ਆ ਸ਼ਹਿਰ 'ਚ ਅਤੇ ਕਿਵੇਂ ਉਹਦਾ ਜਰਨੀ ਸਟਾਰਟ ਹੁੰਦੀ ਆ ਵੈਸੇ ਪੜ੍ਹਨ ਆਉਂਦੀ ਆ ਇਨੀਸ਼ੀਅਲੀ ਉਹ ਕਿੰਨੀ ਇੱਕ ਵਲਨਰੇਬਲ ਇਨੋਸੈਂਟ ਕੁੜੀ ਹੁੰਦੀ ਆ ਵਿਦ ਟਾਈਮ ਕਿਵੇਂ ਉਹਨੂੰ ਧੋਖੇ ਮਿਲਦੇ ਆ ਕੀ ਉਹਦੀ ਲਾਈਫ 'ਚੋਂ ਅੱਗੇ ਦੇਖਦੀ ਆ ਅਤੇ ਇੱਕ ਪੁਆਇੰਟ 'ਤੇ ਆ ਕੇ ਕੋਈ ਹੁੰਦਾ ਹੀ ਨਹੀਂ ਉਹਦੇ ਆਸ-ਪਾਸ ਤਾਂ ਉਹ ਕੁੜੀ ਦੀ ਇੱਕ ਜਰਨੀ ਆ ਇੱਕ ਮਰਡਰ ਮਿਸਟਰੀ ਆ SHO ਪੁੱਲਰ ਦੀ ਆਪਣੀ ਇੱਕ ਪਰਸਨਲ ਐਂਗਲ ਤੋਂ ਲਾਈਫ ਹੈਗੀ ਆ ਤਾਂ ਬਹੁਤ ਕੁਛ ਆ ਸ਼ਾਹੀ ਮਾਜਰਾ 'ਚ ਜੋ ਤੁਹਾਨੂੰ ਦੇਖਣ ਨੂੰ ਮਿਲੂਗਾ ਐਂਡ ਜਨਰ ਡੈਫੀਨਿਟਲੀ ਇੱਕ ਡਾਰਕ ਜਨਰ ਆ ਕਾਫੀ ਚੀਜ਼ਾਂ ਜੋ ਸੁਸਾਇਟੀ 'ਚ ਐਗਜ਼ਿਸਟ ਕਰਦੀਆਂ ਨੇ ਬਟ ਨਾ ਕੋਈ ਉਹ ਚੀਜ਼ਾਂ ਬਾਰੇ ਗੱਲ ਕਰਦਾ ਹੈ ਨਾ ਦਿਖਾਉਣਾ ਚਾਹੁੰਦਾ ਹੈ ਇਹ ਕਿਸੇ ਟਰੂ ਇਨਸੀਡੈਂਟ ਤੋਂ ਇਨਸਪਾਇਰਡ ਹੈ ਨਾਟ ਲਾਈਕ ਅ ਸਪੈਸੀਫਿਕ ਕੇਸ ਵੇਅਰ ਕਿਸੇ ਇੱਕ ਬੰਦੇ ਦੀ true story ਤੋਂ ਆਹ inspired ਆ but ਕਿਤੇ ਨਾ ਕਿਤੇ when you watch the web series you will feel ਕਿ ਆਹ ਹਰ ਛੋਟੀ ਛੋਟੀ ਚੀਜ਼ ਜਾਂ ਜੋ ਵੀ ਡਿਟੇਲਿੰਗ ਵੈਬ ਸੀਰੀਜ਼ ਵਿੱਚ ਹੈਗੀ ਆ ਉਹ ਕਿਤੇ ਨਾ ਕਿਤੇ inspired from reality ਹੀ ਹੈ it's not fiction there are things that exist in real ਸਾਵਨ ਮੈਮ ਥੀਏਟਰ ਤੋਂ ਕਿੰਨਾ ਕੁ ਪੁਰਾਣਾ ਰਿਸ਼ਤਾ ਹੈ ਕਿਉਂਕਿ ਅਸੀਂ ਸੁਣਿਆ ਕਿ GNDU ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਬੈਸਟ ਐਕਟਰੈਸ ਅਵਾਰਡ ਵੀ ਮਿਲਿਆ ਤੇ ਕੀ ਜ਼ਿਆਦਾ ਮੁਸ਼ਕਿਲ ਹੈ ਥੀਏਟਰ ਕਰਨਾ ਜਾਂ ਸਿਨੇਮਾ ਬਹੁਤ ਐਕਚੁਅਲੀ ਬਹੁਤ ਲੰਬਾ ਟਾਈਮ ਹੋ ਗਿਆ ਥੀਏਟਰ ਨਾਲ ਜੁੜੇ ਨੂੰ ਮੈਂ ਬਚਪਨ ਮਤਲਬ ਬਹੁਤ ਛੋਟੀ ਜੀ ਸੀ ਜਦੋਂ ਤੋਂ ਉਹ ਨਾਟਕ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਸੋ ਉਹ ਤਾਂ ਮੇਰਾ ਸ਼ੁਰੂਆਤ ਆ ਮੈਂ ਕਦੇ ਵੀ ਥੀਏਟਰ ਨੂੰ ਕਦੇ ਵੀ ਨਹੀਂ ਭੁੱਲਾਂਗੀ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਕੁਛ ਥੀਏਟਰ ਨੇ ਮੈਨੂੰ ਬਹੁਤ ਕੁਛ ਦਿੱਤਾ ਸੋ ਫਿਲਮਾਂ 'ਚ ਆਉਣ ਤੋਂ ਬਾਅਦ ਮੈਂ ਹਾਲੇ ਵੀ ਕਈ ਵਾਰੀ ਆ ਫੀਲ ਕਰਦੀ ਹਾਂ ਕਿ ਮੇਰਾ ਨੁੱਕੜ ਨਾਟਕ ਕਰਨ ਨੂੰ ਬਹੁਤ ਦਿਲ ਕਰਦਾ ਕਈ ਵਾਰੀ ਮੇਰਾ ਟੈਗੋਰ ਥੀਏਟਰ ਦੇ ਵਿੱਚ ਜਾਂ ਮੇਰਾ ਨਾਟਕ ਕਰਨ ਨੂੰ ਬਹੁਤ ਮਨ ਕਰਦਾ ਬਟ ਫਿਲਮਾਂ ਦੇ ਕਰਕੇ ਥੋੜ੍ਹਾ ਇਸ ਕਰਕੇ ਕਰ ਨਹੀਂ ਪਾ ਰਹੀ ਬਟ ਆਈ ਰੀਅਲੀ ਵਾਂਟ ਕਿ ਮੈਨੂੰ ਦੁਬਾਰਾ ਮੌਕਾ ਮਿਲੇ ਅਤੇ ਮੈਂ ਨਾਟਕ ਕਰਨ ਜਾਵਾਂ ਕਿਸ ਚੀਜ਼ ਨਾਲ ਕਰਦੇ ਹੋ ਥੀਏਟਰ ਨਾਲ ਜਾਂ ਕੈਮਰਾ ਥੀਏਟਰ ਨਾਲ ਆਫਕੋਰਸ ਕਿਉਂਕਿ ਮੈਂ ਬਚਪਨ ਤੋਂ ਹੀ ਕਰਦੀ ਆ ਰਹੀ ਹਾਂ ਥੀਏਟਰ ਸੋ ਮੈਨੂੰ ਜ਼ਿਆਦਾ ਟਾਈਮ ਮੈਂ ਥੀਏਟਰ ਨੂੰ ਦਿੱਤਾ ਆ ਸੋ ਪੰਜਾਬੀ ਇੰਡਸਟਰੀ ਨੂੰ ਮੈਨੂੰ ਆਲਮੋਸਟ 5 ਸਾਲ ਹੋਣ ਵਾਲੇ ਆ ਕਿ ਮੈਂ ਪੰਜਾਬੀ ਇੰਡਸਟਰੀ 'ਚ ਹਾਂ ਮੈਂ ਬੜਾ ਕੁਛ ਨਵਾਂ ਸਿੱਖ ਰਹੀ ਹਾਂ ਅੱਗੇ ਵੀ ਸਿੱਖਦੀ ਰਹੂੰਗੀ ਬਟ ਬਹੁਤ ਚੀਜ਼ਾਂ ਜਿਹੜੀਆਂ ਸਿੱਖ ਰਹੀ ਹਾਂ ਮੇਰੇ ਲਈ ਨਵੀਆਂ ਨੇ ਔਰ ਉਹਨਾਂ ਨੂੰ ਦੇਖ ਕੇ ਮੈਂ ਬਹੁਤ ਐਕਸਾਈਟਿਡ ਹਾਂ ਕਿ ਮੈਂ ਹੁਣ ਨੈਕਸਟ ਹੋਰ ਕੀ ਆਉਣ ਵਾਲਾ ਹੁਣ ਮੇਰੀ ਲਾਈਫ ਦੇ ਵਿੱਚ ਹੋਰ ਕੀ ਆਉਣ ਵਾਲਾ ਸੋ ਐਕਸਾਈਟਿਡ ਹਾਂ ਮੈਂ ਫਿਲਮ ਇੰਡਸਟਰੀ ਨੂੰ ਲੈ ਕੇ ਲਵਲੀ ਸੋ ਵਾਟ ਅਬਾਊਟ ਯੂ ਤੁਹਾਡੀ ਕਿੰਨੀ ਕੁ ਪੁਰਾਣੀ ਸਾਂਝ ਹੈ ਥੀਏਟਰ ਨਾਲ ਕਿਉਂਕਿ ਅਸੀਂ ਸੁਣਿਆ ਸ਼ਾਇਦ ਤੁਹਾਡੇ ਮਦਰ ਥੀਏਟਰ ਆਰਟਿਸਟ ਰਹੇ ਨੇ ਮਮ ਆਪਣੇ ਕਾਲਜ ਡੇਜ਼ ਵਿੱਚ ਥੀਏਟਰ ਕਰਦੇ ਸੀ ਐਂਡ ਆਈਵ ਨੈਵਰ ਸੀਨ ਹਰ ਐਕਟ ਸੋ ਮੈਨੂੰ ਛੋਟੇ ਹੁੰਦੇ ਪਤਾ ਹੀ ਨਹੀਂ ਸੀ ਕਿ ਮਮ ਵੀ ਐਕਟ ਕਰਦੇ ਸੀਗੇ ਬਟ ਛੋਟੇ ਹੁੰਦੇ ਮੈਨੂੰ ਹਮੇਸ਼ਾ ਤੋਂ ਐਕਟਿੰਗ ਕਰਨੀ ਸੀਗੀ ਤਾਂ ਇੱਕ ਦਿਨ ਅਸੀਂ ਐਲਬਮ ਦੇਖ ਰਹੇ ਸੀ ਐਂਡ ਆਈ ਜਸਟ ਫਾਊਂਡ ਅ ਪਿਕਚਰ ਜਿਹਦੇ 'ਚ ਮਮ ਨੇ ਮੈਨੂੰ ਦਿਖਾਇਆ ਮਮ ਨੇ ਇੱਕ ਮੈਨ ਦਾ ਕੈਰੈਕਟਰ ਪਲੇ ਕੀਤਾ ਸੀ ਐਂਡ ਸ਼ੀ ਸ਼ੋਡ ਮੀ ਕਿ ਦਿਸ ਇਜ਼ ਮੀ ਐਂਡ ਆਈ ਵਾਜ਼ ਸੋ ਸਰਪ੍ਰਾਈਜ਼ਡ
ਬਟ ਅਨਫੋਰਚੂਨੇਟਲੀ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਕਿ ਆਪਣੀ ਮਮ ਦੀ ਪਰਫਾਰਮੈਂਸ ਦੇਖ ਸਕਾਂ ਜਾਂ ਮਮ ਨੂੰ ਐਕਟ ਕਰਦੇ ਦੇਖ ਸਕਾਂ, ਬਟ ਆਈ ਫੀਲ ਆਈ ਹੈਵ ਹਰ ਜੀਨਸ ਐਂਡ ਲੱਕੀਲੀ ਮੈਨੂੰ ਲੱਗਦਾ ਤਾਂ ਹੀ ਮੇਰੇ ਮਮ ਮੇਰੇ ਡੈਡ ਇੰਨੇ ਸਪੋਰਟਿਵ ਸੀਗੇ ਮੇਰੇ ਕਰੀਅਰ ਨੂੰ ਲੈ ਕੇ ਜਾਂ ਮੇਰਾ ਜੋ ਵੀ ਪੈਸ਼ਨ ਆ ਐਕਟਿੰਗ ਵਾਸਤੇ, ਤਾਂ ਹੀ ਸਟਾਰਟਿੰਗ ਤੋਂ ਸਪੋਰਟਿਵ ਸੀਗੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਵੀ ਸੁਪਨੇ ਸੀ ਸ਼ਾਇਦ ਉਸ ਟਾਈਮ ਤੇ ਉਹ ਹਾਲਾਤਾਂ ਕਰਕੇ ਉਹ ਦੱਬ ਗਏ ਹੋਣੇ ਐਂਡ ਹੁਣ ਮੈਂ ਕੁਝ ਵੀ ਕਰਦੀ ਹਾਂ ਤੇ ਮੇਰੇ ਮਮ ਨੂੰ ਐ ਲੱਗਦਾ ਜਿਵੇਂ ਉਹਨਾਂ ਦਾ ਹੀ ਸੁਪਨਾ ਪੂਰਾ ਹੋ ਰਿਹਾ ਹੈ। ਲਵਲੀ, ਵੈਰੀ ਨਾਈਸ। ਅੱਛਾ ਤੁਸੀਂ ਯੂ ਵਰ ਅ ਮਾਡਲ ਤੇ ਮਿਸ ਇੰਡੀਆ ਟਾਈਟਲ ਵਿਨਰ ਵੀ ਰਹੇ ਹੋ ਤੁਸੀਂ, ਤੇ ਇਹ ਇਵੈਂਚੁਅਲ ਡਿਸੀਜਨ ਸੀਗਾ ਫਿਲਮ ਇੰਡਸਟਰੀ ਦੇ ਵਿੱਚ ਆਉਣਾ? just as I said, ਛੋਟੀ ਹੁੰਦੀ I used to watch Shah Rukh Khan films and I was like I really fantasized ਕਿ ਮੈਂ ਸ਼ਾਹਰੁਖ ਖਾਨ ਨਾਲ ਮੈਂ ਚਾਹੁੰਦੀ ਵੀ ਸੀ ਮੇਰਾ ਸ਼ਾਹਰੁਖ ਖਾਨ ਨਾਲ ਵਿਆਹ ਹੋ ਜਾਏ, ਤੇ ਕਿਤੇ ਵਾਰ ਮੈਨੂੰ ਗੁੱਸਾ ਵੀ ਆਉਂਦਾ ਸੀ ਜੇ ਕੋਈ ਹੀਰੋਇਨ ਉਹਨਾਂ ਨਾਲ ਜਿਵੇਂ ਫਿਲਮ 'ਚ ਮੈਨੂੰ ਦਿਖ ਜਾਂਦੀ ਸੀ, ਮੈਨੂੰ ਬਹੁਤ ਗੁੱਸਾ ਆਉਂਦਾ ਸੀਗਾ, ਬਟ ਇਵੈਂਚੁਅਲੀ ਵਿਦ ਟਾਈਮ ਆਈ ਅੰਡਰਸਟੂਡ ਤੇ ਐਕਟਿੰਗ ਹਮੇਸ਼ਾ ਤੋਂ ਕਰਨਾ ਚਾਹੁੰਦੀ ਸੀਗੀ, ਬਟ ਆਈ ਥਿੰਕ ਮੋਡਲਿੰਗ ਵਾਜ਼ ਜਸਟ ਅ ਪਾਰਟ ਆਫ ਦ ਜਰਨੀ ਕਿ ਇੱਕ ਟਾਈਮ ਸੀਗਾ ਜਿੱਥੇ ਮੈਨੂੰ ਲੱਗਦਾ ਸੀਗਾ ਵੀ ਇੰਨਾ ਜ਼ਿਆਦਾ ਹਲੇ ਮੈਨੂੰ ਐਕਸਪੋਜ਼ਰ ਨਹੀਂ ਮਿਲ ਰਿਹਾ ਐਕਟਿੰਗ 'ਚ, ਬਟ ਮੋਡਲਿੰਗ ਓਪਰਚੁਨਿਟੀਜ਼ ਆਈਆਂ ਤਾਂ ਮੈਂ ਐਨਰੋਲ ਕੀਤਾ ਕਿਉਂਕਿ ਕਿਤੇ ਨਾ ਕਿਤੇ ਤੁਸੀਂ ਐਕਟਰ ਵੀ ਬਣ ਜਾਓ ਤਾਂ ਤੁਹਾਨੂੰ ਕਿਤੇ ਨਾ ਕਿਤੇ ਮੋਡਲਿੰਗ ਕਰਨੀ ਪੈਂਦੀ ਆ ਜੀ। ਐਕਟਰੈਸ ਬਣਨ ਤੋਂ ਬਾਅਦ ਬ੍ਰਾਂਡ ਇੰਡੋਰਸਮੈਂਟਸ ਹੁੰਦੀਆਂ ਨੇ, ਮੇ ਬੀ ਤੁਹਾਨੂੰ ਕਿਸੇ ਡਿਜ਼ਾਈਨਰ ਲਈ ਵਰਕ ਕਰਨਾ ਪਵੇ, ਸੋ ਮੋਡਲਿੰਗ ਇਜ਼ ਆਲਵੇਜ਼ ਅ ਪਾਰਟ ਆਫ ਦ ਜਰਨੀ। ਤਾਂ ਫਿਰ ਮੇਰੇ ਕੋਲ ਜੋ ਓਪਰਚੁਨਿਟੀਜ਼ ਆਈਆਂ ਜਦੋਂ ਆਈਆਂ ਮੈਂ ਗ੍ਰੈਬ ਕਰ ਲਈਆਂ। ਐਂਡ ਹੂ ਇਜ਼ ਯੋਰ ਸ਼ਾਹਰੁਖ ਖਾਨ ਇਨ ਪੰਜਾਬੀ ਇੰਡਸਟਰੀ? ਬਿਲਕੁਲ, ਜਿਹਨੂੰ ਦੇਖ ਕੇ ਮੈਨੂੰ ਗੁੱਸਾ ਆਵੇ ਕਿ ਕੋਈ ਹੋਰ ਉਹਦੇ ਨਾਲ ਕਿਉਂ ਆ। ਕ੍ਰਸ਼ ਵੀ ਕਹਿ ਸਕਦੇ ਹਾਂ। ਕ੍ਰਸ਼ ਆਈ ਵੁੱਡ ਸੇ ਮਨਿੰਦਰ ਬੁੱਟਰ। ਗੱਲ ਪਹੁੰਚ ਗਈ ਹੈ ਮਨਿੰਦਰ। ਅਦਰਵਾਈਜ਼ ਲੇਟੈਸਟ ਕ੍ਰਸ਼ ਹੈ ਸ਼ੁਭਮਨ ਗਿੱਲ, ਬੜਾ ਇੰਡਸਟਰੀ ਚ ਨਹੀਂ ਆ। ਕੋਈ ਹੋਰ ਵੀ ਗੱਲ ਤੁਸੀਂ ਵੀ, ਤੁਹਾਡੇ ਲਈ ਵੀ ਪਲੇਟਫਾਰਮ ਹੈ, ਦੱਸੋ ਆਪਣਾ ਕ੍ਰਸ਼। ਆਈ ਵਾਂਟ ਟੂ ਨੋ। ਓਕੇ, ਕ੍ਰਸ਼ ਮੇਰਾ ਵਿਕੀ ਕੌਸ਼ਲ ਮੇਰੇ ਕ੍ਰਸ਼ ਨੇ। ਮੈਨੂੰ ਕਰਨ ਜੋਹਰ ਟਾਈਪ ਫੀਲ ਆ ਰਹੀ ਹੈ, ਮੈਚ ਮੇਕਰ ਬਣਦੀ। ਸੋ ਮੈਨੂੰ ਕ੍ਰਸ਼ ਵੀ ਆ, ਮੈਨੂੰ ਉਹਨਾਂ ਨਾਲ ਕੰਮ ਵੀ ਮੈਂ ਕਰਨਾ ਚਾਹੁੰਦੀ ਹਾਂ, ਵਿਕੀ ਕੌਸ਼ਲ। ਚਲੋ ਤੁਹਾਡੀ ਗੱਲ ਪਹੁੰਚ ਚੁੱਕੀ ਹੈ ਸਾਡੇ ਪਲੇਟਫਾਰਮ ਰਾਹੀਂ। ਬਿਊਟੀ ਪੇਜੈਂਟਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ? ਹੌਕਸ ਹੈ ਜਾਂ ਵਾਕਈ ਐਮਪਾਵਰ ਕਰਦਾ ਹੈ ਵੂਮਨ ਨੂੰ? I want an honest answer. It totally depends on person to person. ਕਈਆਂ ਦਾ ਪਰਸਪੈਕਟਿਵ ਆ ਹੁੰਦਾ ਕਿ ਅਸੀਂ ਬਿਊਟੀ ਪੈਜੈਂਟ ਕਰਾਂਗੇ ਫਿਰ ਅਸੀਂ ਐਕਟਿੰਗ ਕਰੀਅਰ 'ਚ ਸਾਡੇ ਰਾਹ ਖੁੱਲੂਗੇ ਕਿ ਅਸੀਂ ਐਕਟਿੰਗ ਵੱਲ ਚੱਲ ਜਾਈਏ। ਉਹਨਾਂ ਦਾ ਅਲਟੀਮੇਟ ਗੋਲ ਜੋ ਕਹੀਏ ਉਹ ਕੋਈ ਬਿਊਟੀ ਪੈਜੈਂਟ ਨਹੀਂ ਹੁੰਦਾ। ਬਟ ਇਨ ਮਾਈ ਕੇਸ ਮੈਂ ਕਾਫੀ ਬਿਊਟੀ ਪੈਜੈਂਟਸ ਕੀਤੇ ਆਫਟਰ ਗੈਟਿੰਗ ਇਨਟੂ ਐਕਟਿੰਗ, ਬਿਕਾਜ਼ ਆਈ ਆਲਵੇਜ਼ ਵਾਂਟਡ ਟੂ ਗੋ ਫॉर ਮਿਸ ਵਰਲਡ ਜੀ। ਬਟ ਕਿਉਂਕਿ ਮੈਂ ਇੰਡੀਅਨ ਸਿਟੀਜ਼ਨ ਨਹੀਂ ਹੈਗੀ ਤਾਂ ਮੈਂ ਮਿਸ ਇੰਡੀਆ ਵਾਸਤੇ ਨਹੀਂ ਜਾ ਸਕੀ ਵੀ ਮੈਂ ਟਾਈਟਲ ਜਿੱਤ ਕੇ ਅੱਗੇ ਜਾ ਸਕਾਂ, ਸੋ ਆਈ ਜਸਟ ਡ੍ਰੌਪਡ ਇਟ ਕਿ ਕੋਈ ਫਾਇਦਾ ਨਹੀਂ ਹੈਗਾ ਇਫ ਆਈ ਡੋਂਟ ਗੋ ਅਹੈਡ। ਸੋ ਮਾਈ ਪੁਆਇੰਟ ਵਾਜ਼ ਆਲਵੇਜ਼ ਗੋਇੰਗ ਫॉर ਮਿਸ ਵਰਲਡ। ਮੇਰੀ ਲਾਈਫ 'ਚ ਇੱਕ ਫੇਜ਼ ਸੀਗਾ। So what happened initially, I was from a very super rich and shahi family. Things changed and ਦੂਜੀ ਲਾਈਫ ਵੀ ਦੇਖੀ ਹੈ ਨਾ। ਮੇਰੇ ਡੈਡ ਦੀ ਡੈਥ ਤੋਂ ਬਾਅਦ ਐਜੂਕੇਸ਼ਨ ਵਾਸਤੇ ਕ੍ਰਾਈਸਿਸ ਫੇਸ ਕੀਤਾ, ਤਾਂ ਮੇਰਾ ਹਮੇਸ਼ਾ ਤੋਂ ਇੱਕ ਪੁਆਇੰਟ ਰਿਹਾ ਕਿ ਕਿੰਨੀ ਵਾਰ ਐਂ ਵੀ ਮੈਨੂੰ ਫੀਲ ਹੋਇਆ ਕਿ ਜਦ ਮੇਰੇ ਡੈਡ ਬਿਮਾਰ ਸੀਗੇ ਮੇਰੇ ਨਾਲ ਕੋਈ ਨਹੀਂ ਖੜਾ ਸੀਗਾ, no one from my family। ਤਾਂ ਉਦੋਂ ਮੇਰੇ ਮਨ 'ਚ ਇੱਕ ਚੀਜ਼ ਆਈ ਸੀਗੀ ਕਿ ਜਿਹੜੀਆਂ ਕੁੜੀਆਂ ਪੜ੍ਹਨਾ ਚਾਹੁੰਦੀਆਂ ਨੇ, ਜਿਨ੍ਹਾਂ ਨੂੰ ਕੁਝ ਇਸ਼ੂਜ਼ ਕਰਕੇ ਫੈਮਿਲੀ ਕ੍ਰਾਈਸਿਸ ਕਹਿ ਲਓ ਜਾਂ ਸੋਸਾਇਟੀ ਵੱਲੋਂ ਉਹਨਾਂ ਨੂੰ ਪਿੱਛੇ ਖਿੱਚਿਆ ਜਾ ਰਿਹਾ, ਉਹਨਾਂ ਨਾਲ ਮੈਂ ਖੜਨਾ ਚਾਹੁੰਦੀ ਹਾਂ। ਜਿਨ੍ਹਾਂ ਨੂੰ ਲੱਗਦਾ ਵੀ ਉਹਨਾਂ ਦਾ ਦੁਨੀਆ 'ਚ ਕੋਈ ਨਹੀਂ ਹੈਗਾ ਜੋ ਉਹਨਾਂ ਨਾਲ ਖੜੇ ਹੋ ਕੇ ਉਹਨਾਂ ਦਾ ਸਪੋਰਟ ਕਰੇ, ਉਹਨਾਂ ਨਾਲ ਮੈਂ ਖੜਨਾ ਚਾਹੁੰਦੀ ਸੀ। ਅਤੇ ਤਾਂ ਮੈਂ ਪੈਜੈਂਟਸ 'ਚ ਮੇਰਾ ਸੀਗਾ ਕਿ ਮੈਂ ਇਸ ਰਾਹ ਤੋਂ ਅੱਗੇ ਜਾਵਾਂ ਅਤੇ ਮੇ ਬੀ ਇੱਕ ਬੈਟਰ ਪਲੈਟਫਾਰਮ ਮਿਲੂਗਾ ਜਿੱਥੇ ਮੈਂ ਉਹਨਾਂ ਲਈ ਕਰ ਸਕਾਂ। ਜਿਵੇਂ ਤੁਸੀਂ ਮੈਂਸ਼ਨ ਕੀਤਾ ਸ਼ਾਹੀ ਫੈਮਿਲੀ ਤੋਂ ਸ਼ਾਹੀ ਮਾਜਰਾ, ਕੁਛ ਰਿਲੇਟੇਬਲ ਹੈਗਾ? ਬਿਲਕੁਲ ਰਿਲੇਟੇਬਲ ਨਹੀਂ ਆ, ਕਿਉਂਕਿ ਜਿਹੜੀ ਸ਼ਾਹੀ ਫੈਮਿਲੀ 'ਚ ਮੇਰਾ ਜਨਮ ਹੋਇਆ ਸੀਗਾ ਹੈ ਨਾ, ਉੱਥੇ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਮੈਨੂੰ ਐਂ ਲੱਗਦਾ ਸੀਗਾ ਵੀ ਲੋਕਾਂ ਕੋਲ ਪੈਸੇ ਹੈਗੇ ਉਹਨਾਂ ਨੂੰ ਖਰਚਣੇ ਨਹੀਂ ਆਉਂਦੇ, ਅਤੇ 24/7 ਮਤਲਬ ਕੋਈ ਮੇਰੇ ਨਾਲ ਮੇਰੀ ਕੇਅਰ ਕਰਨ ਵਾਸਤੇ ਗਾਰਡਸ ਐਂਡ ਡਰਾਈਵਰ ਨੈਨੀ ਵਗੈਰਾ ਹੈ ਨਾ, ਪੂਰਾ ਐਵੇਂ ਵਾਲਾ ਮਾਹੌਲ ਸੀਗਾ। ਐਂਡ ਵੈਨ ਆਈ ਟਾਕ ਅਬਾਊਟ ਸ਼ਾਹੀ ਮਾਜਰਾ ਇਜ਼ ਟੋਟਲੀ ਆਪੋਜ਼ਿਟ। ਇੱਕ ਸ਼ੇਡੀ ਜਿਹਾ ਪੀਜੀ ਆ ਜਿਹਦੇ 'ਚ ਹਰ ਸ਼ੇਡੀ ਕੰਮ ਹੁੰਦਾ ਆ, ਕੋਈ ਫੈਸਿਲਿਟੀ ਉੱਥੇ ਨਹੀਂ ਹੈਗੀ, ਇੱਕ ਬਹੁਤ ਹੀ
ਇੱਕ ਉਹ ਰਫ ਐਂਡ ਟਫ ਮਾਹੌਲ 'ਚ ਕੁੜੀਆਂ ਰਹਿ ਰਹੀਆਂ ਨੇ, ਸਰਵਾਈਵ ਕਰ ਰਹੀਆਂ ਨੇ, ਸੋ ਦੇ ਆਰ ਲਾਈਕ ਟੂ ਟੋਟਲੀ ਡਿਫਰੈਂਟ Extremes ਆ। ਥਿੰਗਸ। ਯਾ ਜਿਹੜਾ ਤੁਸੀਂ ਕਰੈਕਟਰ ਪਲੇ ਕੀਤਾ ਹੈ ਐਸੋ ਜਿਹਦਾ, ਮੇਰਾ ਖਿਆਲ ਗੁਰਨਾਜ਼ ਭੁੱਲਰ ਦਾ, ਜੀ ਉਸ ਕਰੈਕਟਰ ਦੇ ਵਿੱਚ ਤੇ ਤੁਹਾਡੇ ਕੁਦਰਤੀ ਸੁਭਾਅ ਦੇ ਵਿੱਚ ਕੀ ਸਿਮਿਲੈਰਿਟੀਜ਼ ਨੇ ਤੇ ਕੀ ਫਰਕ ਆ? ਫਰਕ ਬਹੁਤ ਜ਼ਿਆਦਾ ਆ ਐਕਚੁਅਲੀ, ਕਿਉਂਕਿ ਮੈਂ ਰੀਅਲ ਲਾਈਫ ਦੇ ਵਿੱਚ ਇੰਨੀ ਗੁੱਸੇ ਵਾਲੀ ਨਹੀਂ ਆ। ਮਤਲਬ ਉਹਦੇ ਵਿੱਚ ਥੋੜਾ ਜਿਹਾ ਕਿਤੇ ਨਾ ਕਿਤੇ ਤੁਹਾਨੂੰ ਮੁਜਰਮ ਦੇ ਨਾਲ ਬੀਇੰਗ SHO ਗੁੱਸਾ, ਤੁਹਾਡਾ ਅਗਰੈਸ਼ਨ ਤੁਹਾਨੂੰ ਦਿਖਾਉਣਾ ਪੈਂਦਾ ਹੈ। ਸੋ ਰੀਅਲ ਲਾਈਫ ਦੇ ਵਿੱਚ ਮੈਂ ਇੰਨੀ ਗੁੱਸੇ ਵਾਲੀ ਨਹੀਂ ਹੈਗੀ ਜਿੰਨਾ ਮੈਨੂੰ ਉਹਦੇ 'ਚ ਕਰਨਾ ਪਿਆ। ਮੇਰਾ ਕਰੈਕਟਰ ਰੀਅਲ ਲਾਈਫ ਦੇ ਵਿੱਚ ਉਹਦੇ ਤੋਂ ਬਹੁਤ ਜ਼ਿਆਦਾ ਸੌਫਟ ਆ। ਤੋ ਮੈਨੂੰ ਜਿਹੜਾ ਉਹਦੇ ਨਾਲ ਮੈਚ ਹੁੰਦਾ, ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਰਿਸਪੌਂਸਿਬਿਲਟੀ, ਕਿਉਂਕਿ ਉਹਦੇ ਵਿੱਚ ਕੁਝ ਇੱਦਾਂ ਦੇ ਹੈਗੇ ਨੇ, ਕੁਝ ਸੀਨਸ ਨੇ, ਮੈਂ ਹਾਲੇ ਡਿਸਕਲੋਜ਼ ਨਹੀਂ ਕਰ ਸਕਦੀ, ਕਿ ਜਿਹਦੇ ਤੋਂ ਮੈਂ ਉਸ ਕਰੈਕਟਰ ਨੂੰ ਆਪਣੇ ਕਰੈਕਟਰ ਨਾਲ ਕੰਪੇਅਰ ਕੀਤਾ ਕਿ ਜਿਵੇਂ ਮੇਰੀ ਰਿਸਪੌਂਸਿਬਿਲਟੀ ਆਪਣੀ ਫੈਮਿਲੀ ਨੂੰ ਲੈ ਕੇ ਜਾਂ ਸਿਸਟਰਸ ਨੂੰ ਲੈ ਕੇ ਹੈਗੀਆਂ ਨੇ। ਕੁਝ ਸੀਨਸ ਜਾਂ ਕੁਝ ਚੀਜ਼ਾਂ ਤੁਹਾਨੂੰ ਉਹਦੇ 'ਚ ਇੱਦਾਂ ਦੀ ਦੇਖਣ ਨੂੰ ਮਿਲੂਗੀਆਂ। ਜਦੋਂ ਮੈਂ ਉਹ ਪਲੇ ਕਰ ਰਹੀ ਸੀ, ਮੈਨੂੰ ਇਹ ਫੀਲ ਹੋਇਆ ਕਿ ਯੈਸ, ਕਿ ਇੱਥੇ ਕਿਤੇ ਨਾ ਕਿਤੇ ਇਹ ਚੀਜ਼ ਮੈਂ ਆਪਣੇ ਨਾਲ ਵੀ ਰਿਲੇਟ ਕਰ ਸਕਦੀ ਹਾਂ। ਕੋਈ ਤਾਂ ਗੱਲ ਹੋਣੀ ਆ, ਕੋਈ ਇਹੋ ਜਿਹੀ ਸਿਚੁਏਸ਼ਨ ਹੋਣੀ ਤੁਹਾਡੇ ਮਾਈਂਡ 'ਚ ਜਾਂ ਆਸ-ਪਾਸ, ਕੋਈ ਇਹੋ ਜਿਹਾ ਸੋਸ਼ਲ ਲੈਵਲ ਹੋਣਾ ਜਾਂ ਸਮਾਜਿਕ ਕ੍ਰਿਤੀ ਹੋਣੀ ਜਿਹਨੂੰ ਸੋਚ ਕੇ ਗੁੱਸਾ ਆਉਂਦਾ ਹੋਣਾ? ਹਾਂਜੀ, ਬਹੁਤ ਇਹੋ ਜਿਹੀਆਂ ਚੀਜ਼ਾਂ ਨੇ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਹਾਲੇ ਵੀ ਨਾ ਬਹੁਤ ਸੁਸਾਇਟੀ ਸਾਡੀ ਬਦਲ ਚੁੱਕੀ ਆ, ਕਿ ਜਿੱਥੇ ਮੁੰਡੇ ਕੁੜੀਆਂ ਨੂੰ, ਮੈਂ ਇੱਥੇ ਕੁੜੀਆਂ ਦੀ ਸਾਈਡ ਨਹੀਂ ਲੈ ਰਹੀ, ਕਿ ਕੁੜੀਆਂ ਹਾਲੇ ਵੀ ਇਹ ਗੱਲ ਰਿਐਲਿਟੀ ਹੈ ਕਿ ਮੁੰਡਿਆਂ ਨੂੰ ਜ਼ਿਆਦਾ ਇੰਪੋਰਟੈਂਸ ਫੈਮਲੀਜ਼ 'ਚ ਦਿੱਤੀਆਂ ਜਾਂਦੀਆਂ ਆ। ਮੈਂ 3 ਸਿਸਟਰਸ ਹਾਂ, ਮੇਰੇ ਤੋਂ 2 ਛੋਟੀਆਂ ਸਿਸਟਰਸ ਆ। ਮੈਂ ਇਹ ਕਹਿੰਦੀ ਹਾਂ ਕਿ ਮੈਂ ਆਪਣੇ ਆਪ ਤੋਂ ਲੱਕੀ ਸਮਝਦੀ ਨਹੀਂ ਹੈ ਕਿ ਮੇਰੇ ਤੋਂ ਕੋਈ ਲੱਕੀ ਹੋ ਸਕਦਾ। ਮੇਰੇ ਪੇਰੈਂਟਸ ਨੇ ਸਾਨੂੰ ਤਿੰਨਾਂ ਨੂੰ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਹੈ। ਮੈਂ ਇਹ ਨਹੀਂ ਕਹੂੰਗੀ ਕਿ ਸਾਨੂੰ ਮੁੰਡਿਆਂ ਵਾਂਗੂ ਪਿਆਰ ਦਿੱਤਾ, ਸਾਨੂੰ ਕੁੜੀਆਂ ਵਾਂਗੂ, ਜੋ ਕੁੜੀਆਂ ਡਿਜ਼ਰਵ ਕਰਦੀਆਂ ਉਹੀ ਪਿਆਰ ਦਿੱਤਾ। ਸੋ ਸੁਸਾਇਟੀ 'ਚ ਹਾਲੇ ਵੀ ਉਹ ਚੀਜ਼ਾਂ ਹੈਗੀਆਂ ਨੇ ਕਿ ਉਹ ਹਾਲੇ ਵੀ ਉਹਨਾਂ ਨੂੰ ਇਹ ਲੱਗਦਾ ਕਿ ਕੁੜੀਆਂ ਪਿੱਛੇ ਨੇ। ਅਪਬ੍ਰਿੰਗਿੰਗ 'ਚ ਕਿਤੇ ਨਾ ਕਿਤੇ ਫਰਕ ਹੈ, ਤੁਹਾਨੂੰ ਇਹ ਲੱਗਦਾ? ਜੀ, ਮੈਨੂੰ ਇਹ ਲੱਗਦਾ ਕਿ ਵੈਲਿਊਜ਼ ਇਨਕਲਕੇਟ ਨਹੀਂ ਹੋ ਰਹੀਆਂ ਨੇ। ਬਾਕੀ ਹਲੇ ਮੈਨੂੰ ਇਹ ਲੱਗ ਰਿਹਾ ਕਿ ਬਹੁਤ ਚੀਜ਼ਾਂ ਹੁਣ ਸੁਸਾਇਟੀ ਦੇ ਵਿੱਚ ਇਹ ਇਦਾਂ ਦੀਆਂ ਆ ਰਹੀਆਂ ਕਿ ਜਿੱਥੇ ਕੁੜੀਆਂ ਆਪਣੇ ਆਪ ਨੂੰ ਪ੍ਰੂਫ ਕਰ ਰਹੀਆਂ ਆ। ਸੋ ਮੈਨੂੰ ਇਹ ਲੱਗਦਾ ਕਿ ਬਹੁਤ ਜਲਦੀ ਇਹ ਚੀਜ਼ਾਂ ਖਤਮ ਹੋ ਜਾਣਗੀਆਂ, ਬਟ ਸਟਿਲ ਇਹ ਚੀਜ਼ਾਂ ਹੈਗੀਆਂ ਨੇ ਹਲੇ। ਬਟ ਦ ਪੁਆਇੰਟ ਇਜ਼ ਐਟ ਦ ਐਂਡ ਕੁੜੀਆਂ ਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ ਹੈ। ਬਿਲਕੁਲ। ਤੇ ਮੁੰਡਿਆਂ ਨੂੰ ਸਟਾਰਟਿੰਗ ਤੋਂ ਹੀ ਇੱਕ ਤੁਸੀਂ ਕਹਿ ਲਓ ਬੈਨੀਫਿਟ ਦਿੱਤਾ ਜਾਂਦਾ ਹੈ ਕਿ ਅਸੀਂ ਕਦੇ ਨਹੀਂ ਸੁਣਿਆ ਕਿ ਮੁੰਡੇ ਕਰਕੇ ਦਿਖਾਊਗੇ ਜਾਂ ਮੁੰਡੇ ਆਪਣਾ ਪੁਆਇੰਟ ਪ੍ਰੂਵ ਕਰੂਗੇ। ਬਾਈ ਡਿਫਾਲਟ ਲੋਕਾਂ ਲਈ ਹੈਗਾ, ਕੁੜੀਆਂ ਨੂੰ ਕਹਿਣਾ ਪੈਂਦਾ ਹੈ ਕਿ ਅਸੀਂ ਮੁੰਡਿਆਂ ਵਾਂਗੂ ਹਾਂ। ਸਾਨੂੰ ਇਕੁਐਲਿਟੀ ਦੀ ਗੱਲ ਕਿਉਂ ਕਰਨੀ ਪੈਂਦੀ ਹੈ? ਸਾਨੂੰ ਐਮਪਾਵਰਮੈਂਟ ਦੀ ਗੱਲ ਕਰਨੀ ਕਿਉਂ ਪੈਂਦੀ ਹੈ? ਐਗਜ਼ੈਕਟਲੀ, ਮੁੰਡਿਆਂ ਨੂੰ ਕਦੇ ਗੱਲ ਨਹੀਂ ਕਰਨੀ ਪੈਂਦੀ ਕਿ ਸਾਨੂੰ ਕੁੜੀਆਂ ਵਾਂਗੂ ਹੱਕ ਦਿਓ ਜਾਂ ਸਾਨੂੰ ਇਕੁਐਲਿਟੀ ਦਿਓ। ਉਹ ਬਾਈ ਡਿਫਾਲਟ ਹੁੰਦਾ, ਬਾਈ ਡਿਫਾਲਟ ਹੁੰਦਾ। ਇਨਫੈਕਟ ਕਿੰਨੀ ਵਾਰ ਜਦ ਆਪਾਂ ਕਿਸੇ ਨੂੰ, ਜਿਵੇਂ ਅਸੀਂ ਕਹਿੰਦੇ ਆ ਨਾ ਸਾਡੀ ਕੁੜੀ ਤਾਂ ਪੁੱਤਾਂ ਵਰਗੀ ਆ, ਆਹ ਵੀ ਆਪਣੇ ਆਪ ਵਿੱਚ ਗੱਲ ਤਾਂ ਕਿਉਂ ਤੁਹਾਡੀ ਕੁੜੀ ਤੁਹਾਡੇ ਪੁੱਤਾਂ ਵਰਗੀ ਆ? ਕੁੜੀ ਕੁੜੀ ਆ, ਪੁੱਤ ਪੁੱਤ ਆ। ਪੁੱਤ ਸੁਪੀਰੀਅਰ ਨਹੀਂ ਆ ਕਿ ਜੇ ਤੁਸੀਂ ਕੁੜੀ ਨੂੰ ਪੁੱਤ ਬੋਲੋਗੇ ਤਾਂ ਸ਼ਾਇਦ ਤੁਸੀਂ ਉਹਦਾ ਮਾਣ ਵਧਾ ਰਹੇ ਹੋ। ਸੋ ਕਿਉਂਕਿ ਮੇਰੀ ਫੈਮਿਲੀ 'ਚ ਹਮੇਸ਼ਾ ਤੋਂ ਜਦ ਮੇਰੇ ਡੈਡ ਬਿਮਾਰ ਹੋਏ ਸੀਗੇ, ਕਿਸੇ ਨੇ ਮਮ ਨੂੰ ਕਿਹਾ ਕਿ ਤੁਹਾਡੀ ਕੁੜੀ ਬਹੁਤ ਸਟਰੋਂਗ ਹੈ, ਤੁਹਾਡੀ ਕੁੜੀ ਨਹੀਂ ਤੁਹਾਡਾ ਪੁੱਤ ਆ। ਤੇ ਮੇਰੀ ਮਮ ਨੇ ਜਵਾਬ ਦਿੱਤਾ ਸੀ, ਕਹਿੰਦੇ ਨਹੀਂ ਮੇਰੀ ਧੀ ਆ ਤੇ ਧੀ ਹੀ ਰਹੂਗੀ। ਮੈਨੂੰ ਪੁੱਤ ਨਾ ਚਾਹੀਦਾ ਸੀਗਾ, ਨਾ ਮੈਨੂੰ ਉਮੀਦ ਹੈਗੀ ਕਿ ਮੇਰੀ ਕੁੜੀ ਮੇਰਾ ਪੁੱਤ ਬਣੂਗੀ। ਮੇਰੀ ਕੁੜੀ ਹੈ, ਮੇਰਾ ਨਾਮ ਬਹੁਤ ਵਧੀਆ ਰੋਸ਼ਨ ਕਰ ਰਹੀ ਆ, ਮੈਂ ਕਿਉਂ ਉਹਨੂੰ ਪੁੱਤ ਆਖਾਂ? ਬਿਲਕੁਲ, ਦਿਸ ਸ਼ੋ ਇਜ਼ ਮੋਰ ਅਬਾਊਟ ਗਰਲ ਪਾਵਰ। ਅੱਛਾ, ਜੋ ਸਬਜੈਕਟ ਹੈ, ਜਿਵੇਂ ਤੁਸੀਂ ਗੱਲ ਕੀਤੀ ਕਿ ਬਿਲਕੁਲ ਐਕਸਟ੍ਰੀਮ ਪ੍ਰੋਟੈਕਟਿਵ এনवायरमेंट ਤੋਂ ਤੁਸੀਂ ਆਏ ਹੋ, ਤਾਂ ਤੁਹਾਡੇ ਆਪਣੇ ਜਿਹੜੇ ਵਿਚਾਰ ਨੇ, ਆਪਣੀ ਪਰਸਨੈਲਿਟੀ ਉਹ ਬਿਲਕੁਲ ਅਲੱਗ ਆ। ਇਦਾਂ ਦਾ ਜਿਹੜਾ ਤੁਸੀਂ ਕੈਰੈਕਟਰ ਦੋਨਾਂ ਨੇ ਪਲੇ ਕੀਤਾ ਹੈ ਕਾਫੀ ਬੋਲਡ ਆ ਤੇ ਅਬਿਊਜ਼ਿਵ ਲੈਂਗੁਏਜ ਵੀ ਯੂਜ਼ ਕੀਤੀ ਗਈ ਹੈ। ਤੇ ਇਸ ਕੈਰੈਕਟਰ ਦੇ ਵਿੱਚ ਢਲਣ 'ਚ ਕੋਈ ਵਰਕਸ਼ਾਪ ਤੁਸੀਂ ਲਿੱਤੀ ਜਾਂ ਸਪੌਂਟੇਨੀਅਸ ਨੈਚੁਰਲ ਹੋ ਗਿਆ ਉਹ? ਡੈਫੀਨਿਟਲੀ ਲਿੱਤੀ। ਮੈਂ ਸਰ ਨਾਲ ਬੈਠ ਕੇ ਕਿੰਨੀ ਵਾਰ ਸਕ੍ਰਿਪਟਸ ਦੀ ਰੀਡਿੰਗਸ ਲਿੱਤੀਆਂ ਨੇ। ਨਾਰਮਲੀ ਪੰਜਾਬ 'ਚ ਸਾਨੂੰ ਪ੍ਰੋਪਰ ਸਕ੍ਰਿਪਟ ਨਹੀਂ ਮਿਲਦੀ ਆ, ਬਟ ਫॉर ਸ਼ਾਹੀ ਮਾਜਰਾ ਮੈਨੂੰ ਪੂਰੀ ਸਕ੍ਰਿਪਟ ਦਿੱਤੀ ਗਈ ਸੀ ਤੇ ਜਿੰਨੀ ਵਾਰ ਉਹ ਐਡਿਟ ਹੋ ਕੇ ਆਉਂਦੀ ਸੀ ਉਨੀ ਵਾਰ ਮੈਨੂੰ ਪੂਰੀ ਮੋਟੀ ਮਤਲਬ ਸਪਾਇਰਲ ਫਾਈਲ ਆਉਂਦੀ ਸੀ ਸਕ੍ਰਿਪਟ ਵਾਸਤੇ। ਮੈਂ ਸਰ ਨਾਲ ਰੀਡਿੰਗਸ ਲਿੱਤੀਆਂ ਨੇ, ਅਨੀਤਾ ਮੈਮ ਨਾਲ ਵਰਕਸ਼ਾਪਸ ਲਿੱਤੇ ਨੇ ਕਿ ਜੋ ਮੈਂ ਪੜ੍ਹ ਕੇ ਮੈਂ ਜੋ ਫੀਲ ਕਰ ਰਹੀ ਹਾਂ, ਮੈਂ ਸਹੀ ਚੀਜ਼ ਸੋਚ ਰਹੀ ਹਾਂ, ਇਹਦਾ ਰਿਐਕਸ਼ਨ ਐਵੇਂ ਹੀ ਹੋਣਾ ਚਾਹੀਦਾ ਆ। ਕਿੰਨੀਆਂ ਚੀਜ਼ਾਂ ਨੇ, ਜਿਵੇਂ ਅਗਮ ਪਿੰਡ ਤੋਂ ਆਈ ਆ ਹੈ ਨਾ, ਉਹਦਾ ਬੋਲਣਾ ਚੱਲਣਾ ਤੁਰਨਾ ਉਹ ਚੀਜ਼ ਮੇਰੇ 'ਚ ਨਹੀਂ ਸੀਗੀ ਕਿਉਂਕਿ ਸਟਾਰਟਿੰਗ ਤੋਂ ਮੈਂ ਕਦੇ ਉਹ ਲਾਈਫ ਦੇਖੀ ਨਹੀਂ ਹੈ ਨਾ। ਅਤੇ ਉਹ ਚੀਜ਼ਾਂ ਲਈ ਮੈਂ ਵਰਕਸ਼ਾਪਸ ਲਿੱਤੀਆਂ। ਮੈਂ PG 'ਚ ਰਹੀ 2-3 ਹਫ਼ਤੇ ਜਸਟ ਟੂ ਸੀ ਕਿ ਕੁੜੀਆਂ ਦਾ ਆਪਸ 'ਚ ਕਿਹੋ ਜਿਹਾ ਇੱਕ ਇਕੁਏਸ਼ਨ ਹੁੰਦਾ ਆ। ਅਤੇ
ਸਮੋਕ ਵਾਸਤੇ ਵਰਕਸ਼ਾਪ, ਨਾਟ ਲਾਈਕ ਅ ਪ੍ਰੋਪਰ ਵਰਕਸ਼ਾਪ ਬਟ ਔਨ ਸੈਟ, ਜਿਵੇਂ ਸਾਡੇ ਡੀਓਪੀ ਸਰ ਸੀਗੇ ਜਾਂ ਮੈਂ ਆਪਣੇ ਜੀਜੂ ਨੂੰ ਬੋਲਿਆ ਮੈਨੂੰ Body language ਸਿਖਾਓ, ਕਿਉਂਕਿ ਇਸ ਤੋਂ ਪਹਿਲਾਂ ਮੈਨੂੰ ਸਿਰਫ ਇੰਨਾ ਜੈਸਚਰ ਪਤਾ ਸੀ ਸਮੋਕਿੰਗ ਦਾ ਹੁੰਦਾ, ਪਰ ਉਹ ਐਕਚੁਅਲ ਚ ਪ੍ਰੈਕਟੀਕਲੀ ਕਿਵੇਂ ਹੁੰਦਾ ਹੈ, ਕਿਵੇਂ ਤੁਸੀਂ ਉਹਨੂੰ ਇਨਹੇਲ ਕਰਦੇ ਹੋ, ਐਕਸਹੇਲ ਕਰਦੇ ਹੋ, ਸਾਰੀਆਂ ਚੀਜ਼ਾਂ ਮੈਂ ਸਿੱਖੀਆਂ ਤਾਂ ਕਿ ਮੈਂ ਪ੍ਰੋਪਰ ਉਹ ਕਰ ਪਾਵਾਂ ਔਨ ਸਕਰੀਨ, ਕਿਉਂਕਿ ਜੇ ਮੈਂ ਮਕੈਨੀਕਲ ਕਰੂੰਗੀ ਤਾਂ ਇਟ ਵੋਂਟ ਡੂ ਜਸਟਿਸ ਟੂ ਅਗਮਸ ਕੈਰੈਕਟਰ। ਆਲਸੋ ਜੋ ਸਨੌਟ ਕੀਤਾ ਹੈ ਮੈਂ ਸੀਰੀਜ਼ ਵਿੱਚ ਤੁਸੀਂ ਦੇਖੋਗੇ, ਉਹਦੇ ਲਈ ਮੈਂ ਸਪੈਸ਼ਲ ਵੈਬ ਸੀਰੀਜ਼ ਦੇਖੀਆਂ, ਡਾਕੂਮੈਂਟਰੀਜ਼ ਦੇਖੀਆਂ, ਜਿਹਦੇ 'ਚ ਮੈਂ ਦੇਖ ਸਕਾਂ ਕਿ ਕਿਹੜਾ ਸਭ ਤੋਂ ਜ਼ਿਆਦਾ ਕਲੋਜ਼ ਟੂ ਰਿਐਲਿਟੀ ਲੋਕਾਂ ਦਾ ਬੋਡੀ ਲੈਂਗੁਏਜ ਆ, ਜਾਂ ਕੀ ਐਕਸਪ੍ਰੈਸ਼ਨ ਹੁੰਦਾ, ਕਿਉਂਕਿ ਅਸੀਂ ਤਾਂ ਕਦੇ ਕੀਤਾ ਨਹੀਂ ਡਰਿੰਕ ਦਾ, ਅਸੀਂ ਫੇਰ ਵੀ ਆਪਣੇ ਆਸ-ਪਾਸ ਕਿੱਥੇ ਦੇਖਿਆ ਆ ਵੀ ਨਸ਼ੇ ਤੋਂ ਬਾਅਦ ਲੋਕ ਕਿਵੇਂ ਹੁੰਦੇ ਆ, ਬਟ ਸਨੋਟਿੰਗ ਵਗੈਰਾ ਕਦੇ ਦੇਖਿਆ ਹੀ ਨਹੀਂ ਸੀਗਾ। ਸੋ ਫॉर दैट ਆਈ ਹੈਡ ਟੂ ਗੋ ਐਂਡ ਸਵਿਚ ਟੂ ਵੈਬ ਸੀਰੀਜ਼, ਆਈ ਹੈਡ ਟੂ ਵਾਚ them, ਤੇ ਉੱਥੋਂ ਚੀਜ਼ਾਂ ਮੈਂ ਅਡੈਪਟ ਕੀਤੀਆਂ। ਤੁਸੀਂ ਜੀ ਸਰ ਨੇ ਜਦੋਂ ਮੈਨੂੰ ਸਾਡੇ ਡਾਇਰੈਕਟਰ ਸਾਹਿਬ ਪ੍ਰੇਮ ਸਿੱਧੂ ਸਰ ਨੇ ਜਦੋਂ ਮੈਨੂੰ ਦੱਸਿਆ ਕਿ ਅਸੀਂ ਇਹ ਵੈਬ ਸੀਰੀਜ਼ ਕਰ ਰਹੇ ਹਾਂ, ਸੋ ਉਹਨਾਂ ਨੇ ਮੇਰੇ ਕਰੈਕਟਰ ਨੂੰ ਮੈਨੂੰ ਦੱਸਿਆ ਕਿ ਕਿੱਦਾਂ ਦਾ ਕਰੈਕਟਰ ਹੈ, SHO ਗੁਰਨਾਜ਼ ਭੁੱਲਰ ਦਾ ਜੋ ਕਰੈਕਟਰ ਆ, ਹੈ ਨਾ, ਤੁਸੀਂ ਇੱਕ ਮਰਡਰ ਮਿਸਟਰੀ ਹੈ ਜਿਹਨੂੰ ਤੁਸੀਂ ਸੋਲਵ ਕਰਨਾ ਹੈ। ਸੋ ਉਹ ਸਾਰੀਆਂ ਚੀਜ਼ਾਂ ਮੈਨੂੰ ਦੱਸ ਦਿੱਤੀਆਂ ਗਈਆਂ ਸੀ ਔਰ ਮੈਂ ਉਹਨੂੰ ਇਮੈਜਿਨ ਕਰਨਾ ਸ਼ੁਰੂ ਕਰਤਾ ਸੀਗਾ, ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਇੱਕ ਤਰ੍ਹਾਂ ਦਾ ਬੜਾ ਵੱਡਾ ਚੈਲੰਜ ਮੈਨੂੰ ਮਿਲ ਗਿਆ ਹੈ ਤੇ ਬੜਾ ਮਜ਼ਾ ਆਉਣ ਵਾਲਾ ਹੈ ਇਹਨੂੰ ਕਰਕੇ। ਸੋ ਫਿਰ ਮੈਂ ਸਰ ਨੂੰ ਕਹਿਤਾ ਸੀਗਾ ਕਿ ਮੈਂ ਡੈਫੀਨੇਟਲੀ ਇਹ ਕਰੈਕਟਰ ਨੂੰ ਸਮਝ ਲਿਆ ਸੀ ਉਹਨਾਂ ਤੋਂ, ਫਿਰ ਮੈਂ ਆਪਣਾ ਹੋਮਵਰਕ ਕਰਨਾ ਸ਼ੁਰੂ ਕਰਤਾ ਸੀਗਾ, ਮੈਂ ਸੀਰੀਜ਼ ਦੇਖਣਾ ਸ਼ੁਰੂ ਕਰਤੀਆਂ ਸੀਗੀਆਂ, ਵੈਸੇ ਵੀ ਮੈਂ ਪਹਿਲਾਂ ਤੋਂ ਹੀ ਦੇਖੀਆਂ ਹੋਈਆਂ ਸੀਗੀਆਂ। ਮੈਂ ਤੱਬੂ ਮੈਮ ਤੋਂ ਆਪਣੀ ਦਿੱਲੀ ਕ੍ਰਾਈਮ ਫਿਲਮ ਆਈ ਹੈ ਜੀ, ਤੇ ਮਰਦਾਨੀ ਆਈ ਸੀਗੀ ਰਾਣੀ ਮੁਖਰਜੀ, ਮੈਂ ਸਾਰਿਆਂ ਦੇ ਕਰੈਕਟਰਸ ਨੂੰ ਅਬਜ਼ਰਵ ਕਰਨਾ ਪਰਸਨਲੀ ਦੁਬਾਰਾ ਤੋਂ ਹੋਰ ਸ਼ੁਰੂ ਕਰਤਾ, ਕਿਉਂਕਿ ਮੈਂ SHO ਦਾ ਕਰੈਕਟਰ ਕਰ ਰਹੀ ਸੀ ਔਰ ਪੰਜਾਬ ਦੇ ਵਿੱਚ ਪੰਜਾਬੀ ਇੱਕ ਫਲੇਵਰ ਲੈ ਕੇ ਆਉਣਾ, ਪੰਜਾਬੀ ਆਫਿਸਰ ਉਸ ਚੀਜ਼ ਨੂੰ ਮੈਂ ਸਾਵਨ ਕਿਵੇਂ ਕਰ ਸਕਦੀ ਹੈ, ਮੈਂ ਉਸ ਚੀਜ਼ 'ਤੇ ਕੰਮ ਕਰਨਾ ਸ਼ੁਰੂ ਕੀਤਾ ਕਿ ਮੇਰੇ ਰਿਲੇਟਿਵਸ ਜਾਂ ਕੋਈ ਹੈਗੇ ਨੇ ਅਗਰ ਪੁਲਿਸ ਡਿਪਾਰਟਮੈਂਟ 'ਚ, ਉਹ ਕਿੱਦਾਂ ਰਹਿੰਦੇ ਨੇ, ਉਹ ਕਿੱਦਾਂ ਗੱਲ ਕਰਦੇ ਨੇ, ਉਹਨਾਂ ਦੀ ਅਥਾਰਟੀ ਕਿਵੇਂ ਆ, ਉਹਨਾਂ ਦੀ ਬੋਡੀ ਲੈਂਗੁਏਜ ਕਿਵੇਂ ਆ, ਨਿੱਕੀ ਨਿੱਕੀ ਚੀਜ਼ 'ਤੇ ਬੜੀ ਬਰੀਕੀ ਨਾਲ ਕੰਮ ਕੀਤਾ ਗਿਆ ਹੈ ਕਿ ਤਾਂ ਕਿ ਕਿਉਂਕਿ ਤੁਹਾਡੇ ਉੱਤੇ ਜਦੋਂ ਇੱਡੀ ਵੱਡੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ, ਇੱਡਾ ਵੱਡਾ ਕਰੈਕਟਰ ਤੁਹਾਨੂੰ ਪਲੇ ਕਰਨ ਨੂੰ ਮਿਲਦਾ, ਸੋ ਤੁਸੀਂ ਕਿਤੇ ਵੀ ਕੁਝ ਵੀ ਗਲਤੀ ਨਹੀਂ ਕਰ ਸਕਦੇ, ਤੁਹਾਨੂੰ ਬਰੀਕੀ 'ਚ ਜਾ ਕੇ ਉਸ ਕਰੈਕਟਰ ਨੂੰ ਡਿਵੈਲਪ ਕਰਨਾ ਪੈਂਦਾ ਹੈ। ਸੋ ਪ੍ਰੇਮ ਸਰ ਨੇ ਬਹੁਤ ਹੈਲਪ ਕੀਤੀ ਇਸ ਕਰੈਕਟਰ ਨੂੰ ਮੈਨੂੰ ਡਿਵੈਲਪ ਕਰਨ ਲਈ, ਕਿਉਂਕਿ ਕੁਝ ਵੀ ਅਗਰ ਮੈਨੂੰ ਲੱਗਦਾ ਸੀ ਮੈਂ ਆ ਕੇ ਸਰ ਨਾਲ ਡਿਸਕਸ ਕਰਦੀ ਸੀ ਕਿ ਸਰ ਇੱਦਾਂ ਮੈਂ ਇਸ ਕਰੈਕਟਰ 'ਚ ਇੱਦਾਂ ਇਹ ਚੀਜ਼ਾਂ ਆਪਾਂ ਕਰ ਸਕਦੇ ਹਾਂ, ਸੋ ਆਪਾਂ ਡਿਸਕਸ਼ਨਸ ਕਰਦੇ ਸੀਗੇ, ਫਿਰ ਜਾ ਕੇ SHO ਦਾ ਕਰੈਕਟਰ ਡਿਵੈਲਪ ਹੋਇਆ। ਬਿਲਕੁਲ। ਅੱਛਾ, ਰੀਅਲਿਸਟਿਕ ਸਿਨੇਮਾ ਦੀ ਗੱਲ ਕਰਦੇ ਹਾਂ, ਪੰਜਾਬੀ ਇੰਡਸਟਰੀ ਦੇ ਵਿੱਚ ਖਾਸ ਕਰ ਰੀਅਲਿਸਟਿਕ ਸਿਨੇਮਾ ਦੀ ਪੁੱਛ ਬਹੁਤ ਘੱਟ ਹੈਗੀ ਹੈ, ਉਹਦੀ ਵਜ੍ਹਾ ਕੀ ਹੈਗੀ ਹੈ ਤੇ ਕਿੰਨੀ ਕੁ ਲੋੜ ਹੈ ਇਹ ਜਿਹੜਾ ਸਟੀਰੀਓਟਾਈਪ ਬ੍ਰੇਕ ਕਰਨਾ ਹੈ, ਜਿਹੜਾ ਸੇਮ ਪੈਟਰਨ ਚੱਲਿਆ ਆ ਰਿਹਾ ਹੈ, ਵੱਡੇ ਕਾਮਿਕ ਐਕਟਰਸ ਨੇ ਤੇ ਉਹ ਸੇਮ ਪੈਟਰਨ ਰੋਮਾਂਟਿਸਾਈਜ਼ਿੰਗ ਓਲਡ ਐਰਾ, ਓਲਡ ਪੰਜਾਬੀ ਐਰਾ, ਇਹ ਸਟੀਰੀਓਟਾਈਪ ਨੂੰ ਬ੍ਰੇਕ ਕਰਨ ਦੀ ਕਿੰਨੀ ਕੁ ਲੋੜ ਹੈਗੀ ਹੈ? ਲੋੜ ਹੈਗੀ ਹੈ ਜੀ, ਬਿਲਕੁਲ ਹੈਗੀ ਹੈ, ਕਿਉਂਕਿ ਆਡੀਅנס ਹੁਣ ਸਾਡੀ ਵੈਸੇ ਵੀ ਨਾ ਆਡੀਅנס ਬਹੁਤ ਚੀਜ਼ਾਂ ਦੇਖਣਾ ਸ਼ੁਰੂ ਕਰਤਾ ਹੈ ਉਹਨਾਂ ਨੇ, ਹੈ ਨਾ, ਹੁਣ ਨੈਟਫਲਿਕਸ, ਐਮਾਜ਼ਨ ਪ੍ਰਾਈਮ ਜਾਂ ਬਾਲੀਵੁੱਡ ਜਾਂ ਸਾਊਥ ਸਿਨੇਮਾ, ਉਹ ਸਾਰਾ ਕੁਝ ਦੇਖਦੇ ਆ। ਸੋ ਉਹਨਾਂ ਨੂੰ ਪੰਜਾਬੀ ਇੰਡਸਟਰੀ ਤੋਂ ਵੀ ਇਹ ਉਮੀਦਾਂ ਨੇ ਕਿ ਅਸੀਂ ਕੁਝ ਵੀ ਰਿਪੀਟ ਚੀਜ਼ਾਂ ਨਹੀਂ ਦੇਖਣਾ ਚਾਹੁੰਦੇ, ਸਾਨੂੰ ਨਵਾਂ ਤੋਂ ਨਵਾਂ ਚੀਜ਼ਾਂ, ਸਾਨੂੰ ਨਵੀਂ ਤੋਂ ਨਵੀਂ ਜੋੜੀਆਂ ਦੇਖਣ ਦਾ, ਹੈ ਨਾ, ਐਕਸਾਈਟਿਡ ਨੇ ਉਸ ਚੀਜ਼ ਨੂੰ ਲੈ ਕੇ। ਸੋ ਮੈਨੂੰ ਇਹ ਲੱਗਦਾ ਹੈ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਨਵਾਂ ਟੈਲੈਂਟ ਆ ਰਿਹਾ ਆ, ਬੜਾ ਪੰਜਾਬੀ ਇੰਡਸਟਰੀ ਨੇ ਗਰੋ ਕਰ ਵੀ ਲਿਆ ਆ, ਲੇਕਿਨ ਕਿਤੇ ਨਾ ਕਿਤੇ ਨਵੇਂ ਕੰਟੈਂਟਸ, ਫਰੈਸ਼ ਚਿਹਰੇ, ਨਵੇਂ ਡਾਇਰੈਕਟਰਸ, ਰਾਈਟਰਸ ਨੂੰ ਮੌਕਾ ਮਿਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਮੈਨੂੰ ਆ ਵੀ ਲੱਗਦਾ ਹੈ ਇਸ ਟਾਈਮ ਤੇ ਪੰਜਾਬੀ ਇੰਡਸਟਰੀ ਬਹੁਤ ਗਰੋ ਕਰ ਰਹੀ ਆ, ਬਟ ਅਸੀਂ ਕੰਟੈਂਟ ਉਹੀ ਬਣਾਉਂਦੇ ਆ ਜੋ ਆਡੀਅנס ਐਕਸੈਪਟ ਕਰਦੀ ਆ। ਕਮਰਸ਼ੀਅਲੀ ਜਦ ਅਸੀਂ ਸੋਚਦੇ ਆ ਕੋਈ ਰਿਸਕ ਨਹੀਂ ਚੱਕਣਾ ਚਾਹੁੰਦਾ, ਸਟੇਕ ਹੋਲਡਰਸ ਰਿਸਕ ਨਹੀਂ ਚੱਕਣਾ ਚਾਹੁੰਦੇ, ਕਿਉਂਕਿ ਆਡੀਅנס ਦਾ ਨਹੀਂ ਪਤਾ ਇਸ ਟਾਈਮ ਤੇ ਹਲੇ ਕਿ ਉਹ ਕਿੰਨਾ ਕੁ ਜ਼ਿਆਦਾ ਉਸ ਚੀਜ਼ ਨੂੰ ਐਕਸੈਪਟ ਕਰਨ ਲਈ ਰੈਡੀ ਹੈ ਜਾਂ ਨਹੀਂ ਹੈ। ਵਿਦ ਟਾਈਮ ਵੀ ਹੈਵ ਰਿਅਲਾਈਜ਼ਡ ਆਫਟਰ ਦ ਪੈਂਡੈਮਿਕ ਕਿ ਹਾਂ ਹੁਣ ਸਾਡੀ ਆਡੀਅנס ਜੋ ਹੈ, ਸ਼ਾਹੀ ਮਾਜਰਾ ਲਈ ਵੀ ਉਹ ਸੋ ਕਨਫਿਊਜ਼ਡ ਕਿ ਪਤਾ ਨਹੀਂ ਲੋਕਾਂ ਦਾ ਕੀ ਰਿਐਕਸ਼ਨ ਹੋਊਗਾ, ਬਟ ਹੁਣ ਸਾਨੂੰ ਪਤਾ ਚੱਲ ਰਿਹਾ ਕਿ ਲੋਕ ਐਕਸੈਪਟ ਕਰ ਰਹੇ ਆ। ਸੋ ਦਿਸ ਵਾਸ ਅ ਪਲੈਟਫਾਰਮ। ਮੀਡੀਆ ਤੋਂ ਬਹੁਤ ਅੱਛਾ ਸਾਨੂੰ ਰਿਵਿਊ ਮਿਲ ਰਿਹਾ, ਤੁਸੀਂ ਦੇਖੋ ਹੁਣ ਕਿ ਅਗਰ ਸਾਨੂੰ ਮੀਡੀਆ ਇਹ ਚੀਜ਼ ਕਹਿ ਰਹੀ ਹੈ ਕਿ ਅਸੀਂ ਇਹ ਚੀਜ਼ ਹਾਲੇ ਤੱਕ ਨਹੀਂ ਦੇਖੀ, ਜਾਂ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਵੈਬ ਸੀਰੀਜ਼ ਇਨਾ ਡਾਰਕ ਕਨਸੈਪਟ ਨੂੰ ਇੰਨੇ ਵਧੀਆ ਤਰੀਕੇ ਨਾਲ ਦਿਖਾਇਆ ਗਿਆ, ਤਾਂ ਕੁਝ ਤਾਂ ਸ਼ੁਰੂਆਤ ਹੋਈ ਹੈ।
ਸੋ ਰਿਸਕ ਲਿਆ ਹੈ, ਰਿਸਕ ਲੈਣਾ ਹੀ ਬਹੁਤ ਜ਼ਿਆਦਾ ਜ਼ਰੂਰੀ ਆ। ਜਿੱਥੇ ਹਮੇਸ਼ਾ ਅਸੀਂ ਇਹ ਨਹੀਂ ਸੋਚ ਸਕਦੇ ਕਿ ਨਹੀਂ ਇੱਦਾਂ ਨਹੀਂ ਅਸੀਂ ਕਰਾਂਗੇ, ਇੱਦਾਂ ਕਰਾਂਗੇ ਤੇ ਕੋਈ ਇਮੇਜ 'ਚ ਕੋਈ ਪ੍ਰੋਬਲਮ ਆ ਜਾਊਗੀ ਜਾਂ ਸਾਡੀ ਫਿਲਮ ਨੂੰ ਖਤਰਾ ਹੋ ਸਕਦਾ ਹੈ, ਤੇ ਉਹ ਬਾਅਦ 'ਚ ਵੀ ਤਾਂ ਤੁਸੀਂ ਦੇਖਦੇ ਹੀ ਹੋ, ਫੇਸ ਕਰ ਹੀ ਲੈਂਦੇ ਹੋ। ਚੌਪਾਲ ਐਪ ਨੇ ਆਹ ਐਕਸਪੈਰੀਮੈਂਟ ਕਰਨੇ ਸ਼ੁਰੂ ਕੀਤੇ ਆ, ਤਾਂ ਮੈਨੂੰ ਲੱਗਦਾ ਹੌਲੀ ਹੌਲੀ ਜਿਹੜੇ ਵੱਡੇ ਪ੍ਰੋਡਿਊਸਰਸ ਨੇ ਜਿਹੜੇ ਕਮਰਸ਼ੀਅਲੀ ਪ੍ਰੋਜੈਕਟਸ ਬਣਾਉਂਦੇ ਨੇ, when they see ਕਿ ਹਾਂ ਆਡੀਅנס ਐਕਸੈਪਟ ਕਰ ਰਹੀ ਹੈ, ਤਾਂ ਮੈਨੂੰ ਲੱਗਦਾ ਸਿਨੇਮਾ ਵਾਸਤੇ ਵੀ ਇਹੋ ਜਿਹੇ ਪ੍ਰੋਜੈਕਟਸ ਬਣਾਉਣੇ ਸ਼ੁਰੂ ਹੋਣਗੇ ਵਿਦ ਟਾਈਮ। ਯੈਸ, ਕਿਉਂਕਿ ਤੁਸੀਂ ਵੂਮਨ ਸੈਂਟਰਿਕ ਫਿਲਮ ਕਰ ਰਹੇ ਹੋ, ਤਾਂ ਮੈਂ ਪੁੱਛਣਾ ਚਾਹੂੰਗੀ ਕਿ ਮੈਨੂੰ ਪਰਸਨਲੀ ਇਹ ਲੱਗਦਾ ਕਿ ਪੰਜਾਬੀ ਇੰਡਸਟਰੀ ਥੋੜੀ ਮੇਲ ਡੋਮੀਨੇਟਿੰਗ ਹੈ। ਸਭ ਨੂੰ ਲੱਗਦਾ ਹੈ, ਮੈਨੂੰ ਵੀ ਲੱਗਦਾ ਹੈ, ਬਟ ਠੀਕ ਹੈ, ਆਪਣੀ ਆਪਣੀ ਇਟ ਟੇਕਸ ਟਾਈਮ ਟੂ ਚੇਂਜ। ਜਿਵੇਂ ਇੱਕ ਪੁਰਾਣੇ ਐਰਾ ਤੋਂ ਲੈ ਕੇ ਹੁਣ ਤੱਕ ਕਾਫੀ ਕੁੜੀਆਂ ਅੱਗੇ ਆਈਆਂ ਨੇ। ਸੋਨਮ ਬਾਜਵਾ ਨੇ ਆਪਣੇ ਆਪ ਨੂੰ ਪ੍ਰੂਵ ਕਰਕੇ ਆਪਣੇ ਆਪ ਨੂੰ ਇੱਕ ਪ੍ਰੋਮੀਨੈਂਟ ਐਕਟਰੈਸ ਪ੍ਰੂਵ ਕੀਤਾ ਹੈ। ਸਰਗੁਣ ਮੈਮ ਆ, ਨੀਰੂ ਮੈਮ ਆ, ਹੁਣ ਉਹ ਪ੍ਰੋਡਿਊਸਰਸ ਵੀ ਨੇ। ਸੋ ਮੈਨੂੰ ਇਹ ਲੱਗਦਾ ਕਿ ਇਹ ਚੀਜ਼ਾਂ ਪ੍ਰੂਫ ਕੀਤੀਆਂ ਜਾ ਰਹੀਆਂ, ਕਰਨੀਆਂ ਪੈ ਰਹੀਆਂ, ਐਵੇਂ ਤਾਂ ਨਹੀਂ। ਬਾਲੀਵੁੱਡ ਵੀ ਮੇਲ ਡੋਮੀਨੇਟਿੰਗ ਸੀਗੀ, ਬਟ ਵਿਦ ਟਾਈਮ now I feel like it's not as dominating as it was earlier. So I feel ਪੰਜਾਬੀ ਇੰਡਸਟਰੀ 'ਚ ਵੀ ਟਾਈਮ ਲੱਗੂਗਾ, ਬਟ ਹੋ ਜਾਣਗੀਆਂ ਚੀਜ਼ਾਂ ਡੈਫੀਨਿਟਲੀ, ਇਹ ਯਕੀਨ ਹੈ। ਯੈਸ, ਪੰਜਾਬੀ ਇੰਡਸਟਰੀ ਦੇ ਵਿੱਚ ਫਰੈਸ਼ ਫੇਸਿਸ ਦੀ ਕਿੰਨੀ ਕੁ ਐਕਸੈਪਟੈਂਸ ਹੈ? ਦੇਖੋ ਮੈਂ ਵੀ ਡੈਬਿਊ ਕੀਤਾ ਹੈ ਜੀ, ਐਂਡ ਮੈਂ ਕੋਈ ਇੱਦਾਂ ਨਹੀਂ ਹੈ ਕਿ ਕਿਸੇ ਦੀ ਸਿਫਾਰਿਸ਼ ਦੇ ਨਾਲ ਇੰਡਸਟਰੀ ਦੇ ਵਿੱਚ ਆਈ ਹਾਂ। ਮੇਰਾ ਆਡੀਸ਼ਨ ਹੋਇਆ ਸੀਗਾ ਪ੍ਰੋਪਰ, ਜਦੋਂ ਮੈਂ ਡੈਬਿਊ ਕਰਨਾ ਸੀਗਾ ਮੈਨੂੰ ਸਿਲੈਕਟ ਕੀਤਾ ਗਿਆ। ਮੇਰਾ ਯੂਥ ਫੈਸਟੀਵਲ ਦੇ ਵਿੱਚ ਕਾਸਟਿੰਗ ਟੀਮ ਨੇ ਪਲੇ ਦੇਖਿਆ ਸੀ, ਸੋ ਉੱਥੋਂ ਮੈਨੂੰ ਸਿਲੈਕਟ ਕੀਤਾ ਗਿਆ ਹੈ ਕਿਤੇ ਨਾ ਕਿਤੇ। ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਫਰੈਸ਼ ਫੇਸ ਨੇ ਉਹਨਾਂ ਦਾ ਆਉਣਾ ਜ਼ਰੂਰੀ ਹੈ, ਬਿਲਕੁਲ ਜ਼ਰੂਰੀ ਹੈ, ਪਰ ਉਹਨਾਂ ਦਾ ਸਿੱਖਿਆ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਇਹ ਮੈਟਰ ਕਰਦਾ ਹੈ, ਕਿਉਂਕਿ ਇੱਥੇ ਜੇ ਤੁਸੀਂ ਐਕਟਿੰਗ ਕਰਨ ਆ ਰਹੇ ਹੋ, ਤੁਸੀਂ ਇਹ ਸੋਚ ਕੇ ਆ ਰਹੇ ਹੋ ਕਿ ਮੈਂ ਐਕਟਰੈਸ ਬਣਨਾ ਆ, ਤਾਂ ਉਸ ਚੀਜ਼ਾਂ ਦੀਆਂ ਤੁਹਾਨੂੰ ਕਿਤੇ ਨਾ ਕਿਤੇ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਤੁਹਾਨੂੰ ਇੱਕ ਕਲੀਅਰ ਤਾਂ ਹੋਵੇ ਕਿ ਯਾਰ ਮੈਂ ਕਰਨਾ ਕੀ ਆ, ਕੀ ਕਰਨਾ, ਅਸੀਂ ਐਕਟਿੰਗ ਕਰਨੀ ਹੈ, ਅਸੀਂ ਐਕਟਰੈਸ ਬਣਨਾ ਹੈ। ਸੋ ਉਸ ਚੀਜ਼ ਦਾ ਮੈਂ ਇਹ ਨਹੀਂ ਕਹਿ ਰਹੀ ਕਿ ਥੀਏਟਰ ਕਰਕੇ ਆਓ, ਮੈਂ ਇਸ ਗੱਲ ਦੀ ਚਲੋ ਨੋ ਡਾਊਟ ਕਿ ਥੀਏਟਰ ਇੱਕ ਪਾਰਟ ਹੈ, ਕਿ ਚਲੋ ਥੀਏਟਰ ਕੀਤਾ ਹੁੰਦਾ ਤੁਹਾਨੂੰ ਕੌਨਫੀਡੈਂਸ ਮਿਲ ਜਾਂਦਾ, ਪਰ ਥੀਏਟਰ ਔਰ ਸਿਨੇਮਾ ਦੀ ਐਕਟਿੰਗ ਆਪਸ 'ਚ ਉਹ ਕੋਈ ਮੇਲ ਨਹੀਂ ਖਾਂਦੀ। ਉਹ ਅਲੱਗ ਐਕਟਿੰਗ ਹੈ, ਉਹ ਅਲੱਗ ਐਕਟਿੰਗ ਆ। ਥੀਏਟਰ ਨੇ ਮੈਨੂੰ ਕੌਨਫੀਡੈਂਸ ਦਿੱਤਾ ਹੈ, ਪਰ ਮੈਨੂੰ ਇਹ ਲੱਗਦਾ ਕਿ ਜਿਹੜੇ ਫਰੈਸ਼ ਫੇਸਿਸ ਨੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ, ਤੇ ਅਗਰ ਉਹ ਸਿੱਖੇ ਹੋਏ ਹੋਣ ਤੇ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ, ਮੈਨੂੰ ਇਹ ਲੱਗਦਾ ਹੈ। ਐਂਡ ਅਗੇਨ ਜੇ ਆਡੀਅנס ਚਾਹੁੰਦੀ ਆ ਫਰੈਸ਼ ਫੇਸਿਸ, ਤਾਂ ਬਾਅਦ ਚੋਂ ਪ੍ਰੋਡਿਊਸਰਸ ਐਂਡ ਮੇਕਰਸ ਨੂੰ ਵੀ ਫਰੈਸ਼ ਫੇਸਿਸ ਲੈਣੇ ਪੈਣੇ। ਸੋ ਇਟਸ ਆਲ ਆਡੀਅנס ਦੇ ਹੱਥ 'ਚ। ਜਿਵੇਂ ਇਸ ਮੂਵੀ ਦੇ ਵਿੱਚ ਵੀ ਤੁਸੀਂ ਦਰਸਾਇਆ, ਵੈਬ ਸੀਰੀਜ਼ ਦੇ ਵਿੱਚ ਵੀ ਤੁਸੀਂ ਦਰਸਾਇਆ ਹੈ ਕਿ ਛੋਟੇ ਸ਼ਹਿਰਾਂ ਤੋਂ ਜਾਂ ਪਿੰਡਾਂ ਤੋਂ ਕੁੜੀਆਂ ਆਉਂਦੀਆਂ ਨੇ ਵੱਡੇ ਸ਼ਹਿਰਾਂ ਦੇ ਵਿੱਚ, ਜਾਂ ਚੰਡੀਗੜ੍ਹ ਤੋਂ ਕਿਸੇ ਮੈਟਰੋ ਸਿਟੀ ਦੇ ਵਿੱਚ ਜਾਂਦੀਆਂ ਇਨ ਸਰਚ ਆਫ ਬੈਟਰ ਜੌਬ ਓਪਰਚੁਨਿਟੀਜ਼, ਤੇ ਕਾਫੀ ਸਟਰਗਲਸ ਉਹਨਾਂ ਨੂੰ ਕਰਨੇ ਹੁੰਦੇ ਆ। ਤੁਸੀਂ ਜੋ ਵੀ ਪਰਸਨਲੀ ਐਕਸਪੀਰੀਅੰਸ ਕੀਤਾ, ਉਹ ਸਟਰਗਲਸ ਕੀ ਨੇ, ਤੇ ਉਹਦੇ ਨਾਲ ਹੀ ਇੰਡਸਟਰੀ ਦੇ ਵਿੱਚ ਕਿਹੜੇ ਸਟਰਗਲਸ ਨੇ ਸਰਵਾਈਵ ਕਰਨ ਲਈ? ਪਰਸਨਲੀ ਸਟਰਗਲ ਜੇ ਕਹੀਏ, ਮੈਂ ਇੰਡਸਟਰੀ ਦੇ ਆਉਣ ਲਈ ਤਾਂ ਬਹੁਤ ਜ਼ਿਆਦਾ ਮੈਨੂੰ ਉਵੇਂ ਇੰਨਾ ਸਟਰਗਲ ਨਹੀਂ ਕੀਤਾ ਮੈਂ ਬਿਲਕੁਲ ਵੀ, ਬਟ ਅਗਰ ਮੈਂ ਕਹਾਂ ਕਿ ਮੈਂ ਵੀ +2 ਪਾਸ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਹੈ। ਮੈਂ ਵੀ ਆਪਣੇ ਘਰ ਤੋਂ ਬਾਹਰ ਗਈ ਹਾਂ, ਕਿਤੇ ਦੂਰ ਪੜ੍ਹਨ ਗਈ ਹਾਂ, ਤੇ ਉੱਥੇ ਸਬਰ ਜਿਹੜਾ ਇੱਕ ਫੈਮਿਲੀ ਤੋਂ ਬਾਹਰ ਜਾ ਕੇ ਤੁਸੀਂ ਇੱਕ ਸਬਰ ਕਰਨਾ ਆ, ਤੁਹਾਨੂੰ ਇੱਕ ਲਿਮਿਟਿਡ ਪੋਕਟ ਮਨੀ ਮਿਲਦੀ ਆ, ਤੁਸੀਂ ਉਹਦੇ ਵਿੱਚ ਹੀ ਸਰਵਾਈਵ ਕਰਨਾ ਹੈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਹੋਸਟਲ ਲਾਈਫ ਦੇ ਵਿੱਚ ਜਾਂ ਕਾਲਜ ਲਾਈਫ ਦੇ ਵਿੱਚ ਜੋ ਫੀਲ ਕਰਦੇ ਹੋ, ਤੁਹਾਨੂੰ ਆਉਣ ਵਾਲੇ ਅੱਗੇ ਟਾਈਮ ਦੇ ਵਿੱਚ ਉਹ ਬੜੀ ਹੈਲਪ ਇਨਡਾਇਰੈਕਟਲੀ ਤੁਹਾਨੂੰ ਬਹੁਤ ਹੈਲਪ ਕਰਦੀਆਂ ਨੇ ਉਹ ਚੀਜ਼ਾਂ। ਸੋ ਪਰ ਇੰਡਸਟਰੀ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਇੱਕ ਵਾਰੀ ਚਾਹੇ ਤੁਹਾਡਾ ਸਟਾਰਟਅਪ ਹੋ ਜੇ, ਤੇ ਉਸ ਤੋਂ ਬਾਅਦ ਵੀ ਤੁਹਾਡਾ ਸਟਰਗਲ ਹਮੇਸ਼ਾ ਚੱਲਦਾ ਰਹਿੰਦਾ ਹੈ। ਚੰਗੇ ਕਨਸੈਪਟਸ ਚੂਜ਼ ਕਰਨੇ ਆ, ਤੁਸੀਂ ਚੰਗੀਆਂ ਫਿਲਮਾਂ ਕਰਨੀਆਂ, ਸੋ ਉਸ ਚੀਜ਼ ਦਾ ਸਬਰ ਵੀ ਕਰਨਾ, ਤੁਸੀਂ ਵੇਟ ਵੀ ਕਰਨਾ, ਉਹ ਵੀ ਇੱਕ ਤਰ੍ਹਾਂ ਦਾ ਸਟਰਗਲ ਹੁੰਦਾ ਹੈ। ਸੋ ਮੈਂ ਇਹ ਕਹਿੰਦੀ ਹਾਂ ਕਿ ਸਟਰਗਲ ਦੇ ਵੀ ਆਈ ਥਿੰਕ ਪਾਰਟਸ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ। ਸੋ ਮੈਂ ਵੀ ਚੰਗੇ ਕਨਸੈਪਟਸ ਦੀ ਵੇਟ ਕਰਦੀ ਹਾਂ ਕਿ ਮੇਰੇ ਕੋਲੇ ਚੰਗਾ ਕਨਸੈਪਟ ਆਵੇ, ਜਿਹਦੇ ਵਿੱਚ ਮੇਰੇ ਕੋਲੇ ਕੁਝ ਕਰਨ ਨੂੰ ਹੋਵੇ, ਕਿ ਕੁਝ ਕਰੈਕਟਰ ਇਦਾਂ ਦਾ ਹੋਵੇ ਕਿ ਜਿਹਨੂੰ ਮੈਂ ਪਲੇ ਕਰ ਸਕਾਂ, ਜਿਹਨੂੰ ਮੈਂ ਟਾਈਮ ਦੇ ਸਕਾਂ। ਸੋ ਇਹ ਵੀ ਇੱਕ ਤਰ੍ਹਾਂ ਦਾ ਸਟਰਗਲ ਹੁੰਦਾ ਹੈ। I agree, waiting period is the real struggle. ਮੇਰੇ ਲਈ ਵੀ ਇੰਡਸਟਰੀ 'ਚ ਆਉਣਾ was not a big struggle, but ਹੁਣ ਜਦ ਇੱਥੇ ਆ ਗਈ ਹਾਂ, ਉਹ ਚੀਜ਼ ਮੇਨਟੇਨ ਕਰਕੇ ਰੱਖਣੀ। ਜਦ ਮੇਰੀ ਡੈਬਿਊ ਫਿਲਮ ਸੀਗੀ ਸਿਕੰਦਰ 2 ਅਗੇਨ ਵਿਦ ਸਾਵਨ, ਇਟ ਡਿਡ ਵੈਲ, ਤੇ ਉਸ ਤੋਂ ਬਾਅਦ ਫਿਰ ਸਹੀ ਪ੍ਰੋਜੈਕਟਸ ਚੂਜ਼ ਕਰਨਾ ਜਾਂ ਉਹ ਚੀਜ਼ ਮੇਨਟੇਨ ਕਰਨੀ, ਕਿਉਂਕਿ ਉਸ ਤੋਂ ਬਾਅਦ ਜਿਹੜੀ ਮੇਰੀ 2 ਫਿਲਮਸ ਸੀਗੀਆਂ ਉਸ ਲੈਵਲ ਤੱਕ ਅੱਛਾ ਨਹੀਂ ਕਰ ਪਾਈਆਂ, ਦੈਟ ਆਈ ਓਨ।
ਬਟ ਤਾਂ ਉਹ ਮੇਨਟੇਨ ਕਰਨਾ ਆਈ ਥਿੰਕ ਇੰਡਸਟਰੀ 'ਚ ਇਜ਼ ਅ ਸਟਰਗਲ, ਜਿੱਥੇ ਤੁਸੀਂ ਹੈ ਨਾ ਇੱਕ ਇਹੋ ਜਿਹੇ ਸਟੇਜ ਤੇ ਹੁੰਦੇ ਹੋ ਜਿੱਥੇ ਤੁਸੀਂ ਕੁਛ ਵੀ ਮੂੰਹ ਚੱਕ ਕੇ ਨਹੀਂ ਕਰ ਸਕਦੇ, ਯੂ ਹੈਵ ਟੂ ਵੇਟ ਫॉर ਅ ਗੁੱਡ ਥਿੰਗ ਟੂ ਕਮ। ਸੈਕੰਡਲੀ ਮੈਂ ਰੀਸੈਂਟਲੀ ਬੰਬੇ ਸ਼ਿਫਟ ਹੋਈ ਹਾਂ, ਤਾਂ ਮੇਰੇ ਲਈ ਕਦੇ ਉਹ ਚੀਜ਼ ਨਹੀਂ ਸੀ ਕਿ ਮੈਂ ਛੋਟੇ ਸ਼ਹਿਰ ਤੋਂ ਚੰਡੀਗੜ੍ਹ ਆਈ ਹਾਂ, ਬਟ ਨਾਊ ਜਦ ਮੈਂ ਚੰਡੀਗੜ੍ਹ ਤੋਂ ਬੰਬੇ ਗਈ ਹਾਂ ਫਿਰ ਮੈਨੂੰ ਚੀਜ਼ਾਂ ਫੀਲ ਹੁੰਦੀਆਂ ਨੇ ਥੋੜਾ ਕੋਪ ਅਪ ਹੋਣ 'ਚ। ਉੱਥੇ ਜਾ ਕੇ ਮੈਂ ਰਿਅਲਾਈਜ਼ ਕੀਤਾ ਆਈ ਹੈਵ 2 ਆਪਸ਼ਨਸ, ਇੱਕ ਲਾਈਫ ਉਹ ਹੈ ਜਾਂ ਤਾਂ ਮੈਂ ਪਾਰਟੀਜ਼ ਕਰ ਲਾਂ, ਲੋਕਾਂ ਨਾਲ ਟਾਈਮ ਪਾਸ ਕਰ ਲਾਂ, ਇੱਧਰ ਚੱਲ ਗਈ ਉੱਧਰ ਚੱਲ ਗਈ, ਜਾਂ ਮੈਂ ਉਹ ਕਰਕੇ ਆਪਣਾ ਟਾਈਮ ਵੇਸਟ ਕਰ ਲਾਂ, ਜਾਂ ਮੈਂ ਆਪਣੇ ਆਪ ਤੇ ਫੋਕਸ ਰੱਖਾਂ। ਕੰਮ ਕਦੇ ਹੁੰਦਾ ਕਦੇ ਨਹੀਂ ਹੁੰਦਾ, ਪਰ ਜਦ ਨਹੀਂ ਵੀ ਹੁੰਦਾ ਉਹ ਟਾਈਮ ਮੈਂ ਆਪਣੇ ਆਪ ਤੇ ਕਿਵੇਂ ਲਗਾਉਣੀ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤੇ ਉਹ ਹੁਣ ਮੈਂ ਬੰਬੇ ਜਾ ਕੇ ਸਿੱਖਿਆ ਆ। ਅੱਛਾ, ਆਖਰੀ ਸਵਾਲ, ਇਹ ਸੀਰੀਜ਼ ਦਾ ਜਿਹੜਾ ਕੰਟੈਂਟ ਹੈਗਾ ਜੀ, ਇਦਾਂ ਨਹੀਂ ਲੱਗਦਾ ਵੀ ਇਹ ਵੀ ਹੋ ਸਕਦਾ ਕਿ ਲੋਕ ਥੋੜਾ ਜ਼ਿਆਦਾ ਡਰ ਜਾਣਗੇ ਇਹਨੂੰ ਦੇਖ ਕੇ, ਕੁੜੀਆਂ ਨੂੰ ਲੈ ਕੇ ਥੋੜਾ ਜ਼ਿਆਦਾ ਕੌਸ਼ੀਅਸ ਹੋ ਜਾਣਗੇ, ਆਪਣੇ ਘਰੋਂ ਨਹੀਂ ਕੱਢਣਗੇ? ਇਹ ਤੁਹਾਨੂੰ ਟ੍ਰੇਲਰ 'ਚ ਦੇਖ, ਆਬਵੀਅਸਲੀ ਤੁਸੀਂ ਟ੍ਰੇਲਰ ਜਿੰਨਾ ਕਿ ਦੇਖਿਆ, ਜਿੰਨਾ ਅਬਜ਼ਰਵ ਕੀਤਾ ਚੀਜ਼ਾਂ ਨੂੰ, ਜੋ ਪਰਸੀਵ ਕਰ ਸਕਦੇ ਹਾਂ ਜੀ ਬਿਲਕੁਲ, ਤੁਸੀਂ ਉਸ ਚੀਜ਼ ਨੂੰ ਦੇਖਦੇ ਹੋਏ ਇਹ ਕੁਐਸਚਨ ਪੁੱਟ ਕੀਤਾ ਹੈ। ਬਟ ਸਾਨੂੰ ਇਹ ਲੱਗਦਾ ਹੈ ਕਿਉਂਕਿ ਇਹ ਸਿਰਫ ਇੱਕ ਟੌਪਿਕ ਤੇ ਨਹੀਂ, ਇਹ ਸਿਰਫ ਇੱਕ ਸੀਰੀਜ਼ ਹੈਗੀ। ਸਾਡੀ ਲਾਈਫ ਦੇ ਵਿੱਚ ਕੀ ਚੀਜ਼ਾਂ, ਕਿਹੋ ਜਿਹੇ ਮੋੜ ਇਹੋ ਜਿਹੇ ਆਉਂਦੇ ਆ ਜਦੋਂ ਸਾਨੂੰ ਦੇਖਣਾ ਪੈਂਦਾ ਕਿ ਅਸੀਂ ਇੱਧਰ ਜਾਈਏ ਜਾਂ ਉੱਧਰ ਜਾਈਏ, ਜਾਂ ਕੀ ਸਹੀ ਰਾਹ ਨੇ ਸਾਡੇ, ਉਸ ਟੌਪਿਕ ਤੇ ਸ਼ਾਹੀ ਮਾਜਰਾ ਹੈ। ਔਰ ਅਗਰ ਤੁਹਾਡੇ ਮਨ ਦੇ ਵਿੱਚ ਸੀਰੀਜ਼ ਦੇ ਵਿੱਚ ਕੁਐਸਚਨਸ ਆਣਗੇ ਜਾਂ ਤੁਹਾਨੂੰ ਇਹ ਲੱਗਦਾ ਹੈ ਕਿ ਲੋਕੀ ਪਤਾ ਨਹੀਂ ਭੇਜਣਗੇ ਜਾਂ ਕਿਤੇ ਨਹੀਂ ਭੇਜਣਗੇ, ਸੋ ਉਹਦੇ ਹੱਲ ਵੀ ਸੀਰੀਜ਼ ਦੇ ਵਿੱਚ ਹੀ ਹੈ ਕਿ ਅਸੀਂ ਕੀ ਨਹੀਂ ਕਰਨਾ, ਜਾਂ ਸਾਡੇ ਰੀਅਲ ਦੇ ਵਿੱਚ ਸਾਨੂੰ ਕਈ ਵਾਰੀ ਅਸੀਂ ਕੁਝ ਕਰ ਰਹੇ ਹੁੰਦੇ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਦੇ ਰਿਜ਼ਲਟਸ ਕੀ ਨਿਕਲ ਕੇ ਆਣੇ ਆ। ਸੋ ਇਹ ਸਾਰੀਆਂ ਚੀਜ਼ਾਂ ਬੜੇ ਹੀ ਡਿਟੇਲਿੰਗ ਦੇ ਵਿੱਚ ਤੁਹਾਨੂੰ ਵੈਬ ਸੀਰੀਜ਼ ਦੇ ਵਿੱਚ ਦੇਖਣ ਨੂੰ ਮਿਲਣਗੀਆਂ, ਤੇ ਤੁਹਾਨੂੰ ਇਹਦੇ ਚੋਂ ਬਹੁਤ ਵਧੀਆ ਇੱਕ ਮੈਸੇਜ ਵੀ ਮਿਲੇਗਾ। ਨਾਲੇ ਜੇ ਅਗਮ ਪਿੰਡੋਂ ਸ਼ਹਿਰ ਆਈ ਆ ਤੇ ਸ਼ਹਿਰ ਆ ਕੇ ਉਹ XYZ ਰੀਜ਼ਨਸ ਕਰਕੇ ਜਾਂ XYZ ਰਾਸਤਿਆਂ ਤੇ ਭਟਕੀ ਆ, ਆਈ ਫੀਲ ਉਹ ਦੇਖ ਕੇ ਪੇਰੈਂਟਸ ਨੇ ਆਹ ਚੀਜ਼ ਸਿੱਖਣੀ ਚਾਹੀਦੀ ਆ ਕਿ ਅਗਮ ਦਾ ਉਹਦੇ ਮਾਪਿਓ ਨਾਲ ਰਿਸ਼ਤਾ ਕਿਹੋ ਜਿਹਾ ਸੀਗਾ, ਜਿਸ ਕਰਕੇ ਉਹ ਬੱਚੀ ਆਪਣੇ ਮਾਪਿਓ ਨਾਲ ਉਹ ਚੀਜ਼ ਸ਼ੇਅਰ ਨਹੀਂ ਕਰ ਪਾਈ, ਉਹ ਸ਼ੈਲ ਤੋਂ ਨਹੀਂ ਨਿਕਲੀ, ਉਹ ਸ਼ੈਲ ਚੋਂ ਨਹੀਂ ਨਿਕਲੀ, ਜਾਂ ਜੇ ਉਹ ਤੋਂ ਕੋਈ ਗਲਤੀ ਹੋਈ ਵੀ ਉਹਦੇ ਅੰਦਰ ਆ ਨਹੀਂ ਸੀ ਕਿ ਹਾਂ ਮੈਂ ਆਪਣੇ ਘਰੇ ਵਾਪਸ ਜਾਊਂਗੀ, ਉਹ ਮੈਨੂੰ ਸਾਂਭ ਲੂਗੇ, ਹਨਾ, ਉਹਨੂੰ ਡਿਸਓਨ ਕਰ ਦਿੱਤਾ ਗਿਆ। ਸੋ ਸਾਡਾ ਮੋਟਿਵ ਆ ਬਿਲਕੁਲ ਨਹੀਂ ਹੈ ਕਿ ਤੁਸੀਂ ਆਪਣੀ ਕੁੜੀਆਂ ਨੂੰ ਪੜ੍ਹਨ ਲਈ ਨਾ ਭੇਜੋ ਜਾਂ ਚੰਡੀਗੜ੍ਹ ਨਾ ਭੇਜੋ, ਚੰਡੀਗੜ੍ਹ ਆ ਕੇ ਤੁਹਾਡੀ ਕੁੜੀਆਂ ਵਿਗੜ ਜੂਗੀਆਂ। ਕਿਤੇ ਨਾ ਕਿਤੇ ਪੇਰੈਂਟਸ ਦਾ ਆਪਣੇ ਬੱਚਿਆਂ ਦੇ ਨਾਲ ਕਮਿਊਨੀਕੇਸ਼ਨ ਗੈਪ ਨਹੀਂ ਹੋਣਾ ਚਾਹੀਦਾ। ਉਹ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ, ਉਹ ਬੌਂਡ ਬਹੁਤ ਜ਼ਰੂਰੀ ਹੈ। ਪੇਰੈਂਟਸ ਨੂੰ ਵੀ ਬੱਚਿਆਂ ਦਾ ਫਰੈਂਡਸ ਬਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਆ ਤੇ ਉਹ ਇਹ ਨਾ ਸੋਚਣ ਕਿ ਆਪਾਂ ਆਪਣੇ ਪੇਰੈਂਟਸ ਨਾਲ ਯਾਰ ਕਿਵੇਂ ਸ਼ੇਅਰ ਕਰੀਏ, ਹੋ ਸਕਦਾ ਉਹਦਾ ਹੱਲ ਹੀ ਉੱਥੇ ਹੈ ਕਿ ਤੁਸੀਂ ਸ਼ੇਅਰ ਕਰ ਲਓ ਤੇ ਉਹ ਚੀਜ਼ ਖਤਮ ਹੋ ਜਾਏ। ਸੋ ਕਮਿਊਨੀਕੇਸ਼ਨ ਗੈਪ ਪੇਰੈਂਟਸ ਦਾ ਬੱਚਿਆਂ ਦੇ ਨਾਲ ਜਿਹੜਾ ਆ ਉਹ ਖਤਮ ਹੋਣਾ ਚਾਹੀਦਾ ਹੈ। ਜਿਵੇਂ ਮੇਰਾ ਰਿਲੇਸ਼ਨ ਮੇਰੇ ਮਮ ਨਾਲ ਆ, ਮੈਨੂੰ ਸੋਚਣਾ ਨਹੀਂ ਪੈਂਦਾ ਕਿ ਮੈਂ ਸ਼ੇਅਰ ਕਰਾਂ ਜਾਂ ਨਾ ਕਰਾਂ, ਕਿਉਂਕਿ ਮੇਰੇ ਲਈ ਇਟਸ ਅ ਨਾਰਮਲ ਟਾਕ ਵਿਦ ਮਾਈ ਮਮ। ਕੁਝ ਵੀ ਹੁੰਦਾ ਹੈ ਮੈਂ ਜਾ ਕੇ ਨਾਰਮਲੀ ਮੰਮੀ ਨੂੰ ਦੱਸ ਦਿੰਦੀ ਹਾਂ, ਜਿੱਥੇ ਮੈਂ ਸਹੀ ਹੋਊਂਗੀ ਗਲਤ ਹੋਊਂਗੀ ਮੇਰੀ ਮਮ ਮੇਰੇ ਨਾਲ ਹੈਗੀ ਆ ਮੈਨੂੰ ਉੱਥੇ ਸਹੀ ਕਰਨ ਵਾਸਤੇ। ਤੇ ਜੇ ਤੁਹਾਡੇ ਬੱਚਿਆਂ ਨਾਲ ਰਿਲੇਸ਼ਨਸ਼ਿਪ ਇਹੋ ਜਿਹਾ ਹੈ ਨਾ, ਤੁਸੀਂ ਜਿੱਥੇ ਮਰਜ਼ੀ ਦੁਨੀਆ 'ਚ ਆਪਣੇ ਜਵਾਕ ਨੂੰ ਭੇਜ ਦਿਓ, ਉਹ ਗਲਤ ਰਾਹ ਤੇ ਨਹੀਂ ਜਾਊਗਾ, ਤੇ ਜੇ ਜਾਊਗਾ ਤੁਹਾਡੇ ਨਜ਼ਰਾਂ ਦੇ ਸਾਹਮਣੇ ਜਾਊਗਾ ਕਿ ਤੁਸੀਂ ਉਹਨੂੰ ਵਾਪਸ ਲਿਆ ਸਕੋ। ਜਿੰਨਾ ਕਿ ਮੈਂ ਦੇਖਿਆ ਆਪਣੇ ਕੁਝ ਸਰਕਲ ਦੇ ਫਰੈਂਡਸ ਨਾਲ, ਜਿੰਨਾ ਕੁ ਉਹਨਾਂ ਤੇ ਜ਼ਿਆਦਾ ਕੰਸਟ੍ਰੇਨਸ ਸੀਗੀਆਂ, ਉਹਨਾਂ ਨੇ ਉਸ ਦੇ ਐਂਟੀ ਜਾ ਕੇ ਚੀਜ਼ਾਂ ਕੀਤੀਆਂ ਨੇ। ਬਹੁਤ ਸਾਰੀਆਂ ਚੀਜ਼ਾਂ ਮੈਂ ਵੀ ਕਰਦੀ ਹਾਂ, ਮੇਰੇ ਮਮ ਨੂੰ ਪਤਾ ਹੈ, ਉਹ ਵੀ ਕਰਦੇ, ਬਟ ਉਹਨਾਂ ਦੇ ਮਮ ਡੈਡ ਨੂੰ ਨਹੀਂ ਪਤਾ। ਕੱਲ ਨੂੰ ਕਿੱਥੇ ਫਸ ਜਾਂਦੇ ਆ ਤੇ ਉਹਨਾਂ ਦਾ ਕੋਈ ਬੈਕਅਪ ਨਹੀਂ ਹੈਗਾ, ਤਾਂ ਆਪਣੇ ਜਵਾਕਾਂ ਨਾਲ ਉਹ ਰਿਲੇਸ਼ਨਸ਼ਿਪ ਰੱਖੋ ਕਿ ਕੱਲ ਨੂੰ ਕੁਝ ਵੀ ਹੁੰਦਾ ਯੂ ਨੋ ਵਾਟਸ ਗੋਇੰਗ ਔਨ। I second that. So very last question, ਮੈਨੂੰ ਪਤਾ ਨਹੀਂ ਵੀ ਇਹ relevant ਹੈ ਜਾਂ ਨਹੀਂ, ਕਿਉਂਕਿ ਤੁਸੀਂ ਦੋਨਾਂ ਨੇ ਕਿਹਾ ਵੀ ਧੀ ਹੁੰਦੀ ਹੈ, ਧੀ ਨੂੰ ਪੁੱਤਰ ਬਣਨ ਦੀ ਲੋੜ ਨਹੀਂ, ਉਹਦੀ ਆਪਣੀ ਵੈਲਿਊ ਹੈ। She is just asking for equality. ਤੁਹਾਡੇ ਦੋਨਾਂ ਦੇ ਹਿਸਾਬ ਨਾਲ women empowerment ਕੀ ਹੈ, ਤੁਹਾਡੀ ਡੈਫੀਨੇਸ਼ਨ ਕੀ ਹੈ ਇੱਕ ਅੜਬ ਮੁਟਿਆਰ ਦੀ? Any message for our viewers at last? ਮੈਨੂੰ ਇਹ ਲੱਗਦਾ ਹੈ ਕਿ ਆਇਡੈਂਟੀਟੀ, ਆਫ ਕੋਰਸ ਇੱਕ ਜਿਹੜੀ ਆਇਡੈਂਟੀਟੀ ਆ, ਪਹਿਲਾਂ ਤਾਂ ਲੋਕਾਂ ਨੂੰ ਉਹ ਚੀਜ਼ ਦਾ ਕਲੀਅਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮੁੰਡੇ ਦੀ ਆਪਣੀ ਆਇਡੈਂਟੀਟੀ ਆ, ਇੱਕ ਕੁੜੀ ਦੀ ਆਪਣੀ ਆਇਡੈਂਟੀਟੀ ਆ। ਕੁਝ ਚੀਜ਼ਾਂ ਇੱਦਾਂ ਹੁੰਦੀਆਂ ਨੇ ਕਿ ਜਿਹੜੀਆਂ ਕੁਦਰਤ ਵੱਲੋਂ ਬਣਾਈਆਂ ਗਈਆਂ, ਕਿ ਕੁਝ ਚੀਜ਼ਾਂ ਮੁੰਡਿਆਂ ਲਈ ਹੀ ਬਣਾਈਆਂ ਗਈਆਂ ਨੇ ਤੇ ਉਹ ਕੁੜੀਆਂ ਲਈ ਹੀ ਬਣਾਈਆਂ ਗਈਆਂ ਨੇ। ਮੈਂ ਇੱਥੇ ਕੁੜੀਆਂ ਨੂੰ ਵੀ ਇਹ ਚੀਜ਼ ਕਹਿਣਾ ਚਾਹੂੰਗੀ ਕਿ ਕੁਝ ਗੱਲਾਂ 'ਚ ਬਹੁਤ ਕੁੜੀਆਂ ਇੱਦਾਂ ਦੀਆਂ ਹੁੰਦੀਆਂ, ਉਹ ਕਹਿੰਦੀਆਂ ਕਿ ਇਹ ਸਿਰਫ ਉਹ ਲੌਜਿਕ ਵੀ ਨਹੀਂ ਹੁੰਦਾ ਕਿ ਉੱਥੇ ਉਹ ਕੁੜੀਆਂ ਕਰ ਸਕਣ, ਉੱਥੇ ਉਹ ਮੁੰਡੇ ਹੀ ਕਰ ਸਕਦੇ ਆ। ਬਟ ਉੱਥੇ
ਉੱਥੇ ਜੋ ਚੀਜ਼ਾਂ ਨਹੀਂ ਬਣੀਆਂ ਹੁੰਦੀਆਂ ਉੱਥੇ ਕਿਤੇ ਨਾ ਕਿਤੇ ਕੁੜੀਆਂ ਨੂੰ ਵੀ ਅੰਡਰਸਟੈਂਡਿੰਗ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਇਹ ਸਿਰਫ ਚੀਜ਼ਾਂ ਕੁਦਰਤ ਵੱਲੋਂ ਮੁੰਡਿਆਂ ਲਈ ਹੀ ਬਣੀਆਂ ਹੋਈਆਂ ਨੇ। ਜੀ। ਸੋ ਮੈਂ ਉਸ ਚੀਜ਼ ਨੂੰ ਮੇਨ ਮੁੱਦਾ ਰੱਖਦੀ ਹਾਂ ਕਿ ਇਹ ਇਨਸਾਨੀਅਤ ਦੀ ਗੱਲ ਕਰਦੀ ਹਾਂ ਕਿ ਜੋ ਜਿਹਦੇ ਲਈ ਬਣਿਆ ਆ ਉਹਦੀ ਅਹਿਮੀਅਤ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਨੂੰ। ਜੀ ਨਿਕਿਤ For me, women empowerment is simply equality. ਮੈਨੂੰ ਕੋਈ ਸਪੈਸ਼ਲ ਸਟੇਟਸ ਨਹੀਂ ਚਾਹੀਦਾ ਕਿ ਤੁਸੀਂ ਮੈਨੂੰ ਬੋਲੋ ਕੁੜੀਆਂ Right. ਮੁੰਡਿਆਂ ਨਾਲੋਂ ਬੈਟਰ ਬਿਹਤਰ ਨੇ, ਹੁੰਦੀਆਂ ਹਾਂ। ਜਾਂ ਕੁੜੀਆਂ ਮੁੰਡਿਆਂ ਨਾਲੋਂ ਬੈਟਰ ਕੋਈ ਸਪੈਸੀਫਿਕ ਚੀਜ਼ ਕਰ ਸਕਦੀਆਂ ਨੇ। I just want simple equality. ਮਤਲਬ ਮੈਨੂੰ ਬੋਲਣਾ ਵੀ ਨਾ ਪਵੇ ਕਿ ਹਨਾ ਕਿਉਂ ਸਾਨੂੰ ਸਪੈਸ਼ਲ ਕੋਟਾ ਦਿੱਤਾ ਜਾਵੇ। ਸਿੰਪਲੀ ਇਕੁਅਲ ਹੋਵੇ ਨਾ ਰਾਈਟਸ। we just want to exist Yeah, we just Yes, want to that's exist it. without special attention. ਕਿਉਂਕਿ ਜੇ ਤੁਸੀਂ ਸਾਨੂੰ ਪਿੱਛੇ ਖਿੱਚ ਰਹੇ ਹੋ ਉਹ ਵੀ ਸਪੈਸ਼ਲ ਅਟੈਂਸ਼ਨ ਆ ਕਿ ਤੁਸੀਂ ਦੇਖ ਰਹੇ ਹੋ ਕੁੜੀ ਇਹ ਕਰ ਰਹੀ ਹੈ ਇਹਨੂੰ ਰੋਕ That ਕੇ is not ਰੱਖੋ। needed. ਤੇ ਜੇ ਤੁਸੀਂ ਜ਼ਿਆਦਾ ਹੀ ਉਹ ਕਰ ਰਹੇ ਹੋ everything, we just don't want special attention, we just want to ਮਤਲਬ exist ਕੁੜੀ ਹੈ ਤੇ normally. ਕੁੜੀ ਹੈ, ਬਸ ਕੁੜੀ ਹੈ, ਜਿਵੇਂ ਮੁੰਡਾ ਹੈ ਉਵੇਂ ਕੁੜੀ ਹੈ, ਬਸ ਕੁੜੀ ਹੈ ਤੇ ਬਸ ਕੋਐਗਜ਼ਿਸਟ ਕਰਨਾ ਸਿੱਖਣਾ ਯਾ ਲਵਲੀ ਜੀ, ਮੋਰ ਪਾਵਰ ਟੂ ਯੂ ਐਂਡ ਬੈਸਟ ਵਿਸ਼ੇਸ। ਸੋ ਸ਼ਾਹੀ ਮਾਜਰਾ ਰਿਲੀਜ਼ ਹੋਣ ਜਾ ਰਹੀ ਹੈ 12 ਅਗਸਤ ਨੂੰ ਸਵੇਰੇ 11 ਵਜੇ। ਸਬਸਕ੍ਰਿਪਸ਼ਨ ਲੈ ਲਓ ਚੁਪਾਲ ਐਪ ਦੀ ਤੇ ਆਰਾਮ ਨਾਲ ਬੈਠ ਕੇ ਸਵੇਰ ਨੂੰ ਦੇਖੋ ਸੀਰੀਜ਼ ਤੇ ਸਾਨੂੰ ਸ਼ਾਮ ਨੂੰ ਦੱਸ ਦਿਓ ਤੁਹਾਨੂੰ ਕਿਵੇਂ ਦੀ ਲੱਗੀ। ਲਵਲੀ। ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ। ਸੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਨਵੇਂ ਚਿਹਰੇ ਦੇ ਨਾਲ। ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।